ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਰੰਟ ਅਫੇਅਰਸ ਨੂੰ ਕੰਟੀਨਿਊ ਕਰਦੇ ਹੋਏ ਅੱਜ ਆਪਾਂ 3 ਸਤੰਬਰ ਦੇ ਕਰੰਟ ਅਫੇਅਰਸ ਕਰਨੇ ਆ। ਦਿਸ ਵੀਡੀਓ ਇਜ਼ ਪ੍ਰੈਜ਼ੈਂਟਡ ਬਾਈ ਮੀ ਰਮਨਦੀਪ ਕੌਰ। ਇਸ ਤੋਂ ਪਹਿਲਾਂ ਅਗਸਤ ਮੰਥ ਦੇ ਕਰੰਟ ਅਫੇਅਰਸ ਚੈਨਲ ਉੱਤੇ ਅਪਲੋਡ ਹੋ ਚੁੱਕੇ ਨੇ। 1 ਅਗਸਤ ਤੋਂ ਲੈ ਕੇ 31 ਤੱਕ ਸਾਰੀਆਂ ਵੀਡੀਓਜ਼ ਅਪਲੋਡਡ ਨੇ, ਪਲੀਜ਼ ਉਹਨਾਂ ਨੂੰ ਚੈੱਕਆਊਟ ਜ਼ਰੂਰ ਕਰ ਲਿਓ। 1 ਤੇ 2 ਸਤੰਬਰ ਦੇ ਕਰੰਟ ਅਫੇਅਰਸ ਵੀ ਅਪਲੋਡ ਹੋ ਚੁੱਕੇ ਨੇ, ਠੀਕ ਹੈ ਜੀ। ਇਸ ਦੇ ਵਿੱਚ ਆਪਾਂ ਕਿਸ ਤਰੀਕੇ ਨਾਲ ਪੜ੍ਹਦੇ ਹੁੰਦੇ ਹਾਂ, ਦੇਖੋ ਨਵੀਆਂ ਨਿਊਜ਼ ਕਰਾਂਗੇ ਇੱਕ ਤਾਂ। ਸੈਕਿੰਡਲੀ ਕੀ ਹੈ, ਰਿਵੀਜ਼ਨ ਕਰਾਂਗੇ ਪ੍ਰੀਵੀਅਸ ਨਿਊਜ਼ ਦੀ, ਜਿਸ ਵੀ ਚੀਜ਼ ਨਾਲ ਰਿਲੇਟਡ ਉਹ ਨਿਊਜ਼ ਪਹਿਲਾਂ ਆਈ ਹੋਈ ਹੋਊਗੀ ਉਹ ਆਪਾਂ ਰਿਵਾਈਜ਼ ਕਰ ਲਾਂਗੇ। ਤੀਜੀ ਚੀਜ਼ ਕੀ ਕਰਾਂਗੇ, ਸਟੈਟਿਕ ਜੀਕੇ ਦਾ ਕਾਫੀ ਸਾਰਾ ਪਾਰਟ ਹੈ ਜਿਹੜਾ ਇਹਦੇ ਵਿੱਚ ਕਵਰ ਹੋ ਜਾਊਗਾ, ਠੀਕ ਹੈ। ਤਾਂ ਮੇਕ ਸ਼ੋਰ ਕਿ ਪ੍ਰੀਵੀਅਸ ਵੀਡੀਓਜ਼ ਨੇ ਜਿਹੜੀਆਂ ਤੁਸੀਂ ਪਹਿਲਾਂ ਲੀਆਂ ਦੇਖ ਲਈਆਂ ਹੋਣ, ਤਾਂ ਕਿ ਆਪਾਂ ਬੈਟਰ ਵੇ ਨਾਲ ਅੰਡਰਸਟੈਂਡ ਕਰ ਸਕੀਏ ਕਰੰਟ ਅਫੇਅਰਸ ਨੂੰ। ਜ਼ਿਆਦਾ ਟਾਈਮ ਖਰਾਬ ਨਾ ਕਰਦੇ ਹੋ, ਆਪਾਂ ਸਟਾਰਟ ਕਰਦੇ ਹਾਂ। ਹਾਂਜੀ, ਪਹਿਲੀ ਨਿਊਜ਼ ਹੈ ਇੰਟਰਨੈਸ਼ਨਲ ਨਿਊਜ਼। ਵਰਲਡ ਬੈਂਕ ਰੀਸੈਂਟਲੀ ਬੈਨਡ ਦੀ ਡੂਇੰਗ ਬਿਜ਼ਨਸ ਰਿਪੋਰਟ। ਵਰਲਡ ਬੈਂਕ ਨੇ ਰੀਸੈਂਟਲੀ ਕੀ ਹੈ, ਬੈਨ ਕਰਤਾ ਕਿਸ ਚੀਜ਼ ਨੂੰ, ਜਿਹੜਾ ਡੂਇੰਗ ਬਿਜ਼ਨਸ ਦੀ ਰਿਪੋਰਟ ਆਉਂਦੀ ਹੁੰਦੀ ਸੀ ਉਸ ਚੀਜ਼ ਨੂੰ। ਕਿਉਂ ਬੈਨ ਕਰਤਾ? ਕਹਿੰਦੇ ਡਾਟਾ ਦੇ ਵਿੱਚ ਨਾ ਇਰਰੈਗੂਲਰਿਟੀ ਸ਼ੋ ਹੋ ਰਹੀ ਹੈ। ਮਤਲਬ ਕੀ ਹੈ ਕਿ 2018 ਦਾ ਜਿਹੜਾ ਡਾਟਾ ਕੁਛ ਹੋਰ ਹੈ, 2019 ਦਾ ਕੁਛ ਹੋਰ ਹੈ, ਕਿ ਡਾਟੇ ਦੇ ਵਿੱਚ ਇਰਰੈਗੂਲਰਿਟੀ ਸ਼ੋ ਹੋ ਰਹੀ ਹੈ। ਉਸ ਨੂੰ ਚੈੱਕਆਊਟ ਕਰਨ ਦੇ ਲਈ ਕਹਿੰਦੇ ਅਸੀਂ ਪ੍ਰੀਵੀਅਸ 5 ਈਅਰਸ ਦੀ ਜਿਹੜੀ ਰਿਪੋਰਟ ਹੈ ਤੁਹਾਡੀ ਚੈੱਕ ਕਰਾਂਗੇ, ਦੈਨ ਹੀ ਤੁਹਾਨੂੰ ਪਰਮਿਸ਼ਨ ਵਗੈਰਾ ਦੇਵਾਂਗੇ, ਠੀਕ ਹੈ। ਤਾਂ ਵਰਲਡ ਬੈਂਕ ਨੇ ਕੀ ਹੈ, ਬੈਨ ਕਰਤਾ ਡੂਇੰਗ ਬਿਜ਼ਨਸ ਦੀ ਰਿਪੋਰਟ ਨੂੰ, ਠੀਕ ਹੈ। ਇਸ ਤੋਂ ਇੱਕ ਚੀਜ਼ ਤੁਸੀਂ ਯਾਦ ਰੱਖਣੀ ਹੈ ਕਿ ਜਦੋਂ ਅਕਤੂਬਰ 2019 ਦੇ ਵਿੱਚ ਰਿਪੋਰਟ ਆਈ ਸੀ, 2019 ਦੇ ਵਿੱਚ ਜਿਹੜੀ ਰਿਪੋਰਟ ਆਈ ਸੀਗੀ ਇਹਦੀ, ਤਾਂ ਉਹਦੇ ਵਿੱਚ ਟੌਪ 'ਤੇ ਕੌਣ ਸੀਗਾ ਅਤੇ ਇੰਡੀਆ ਦਾ ਰੈਂਕ ਕਿੰਨਵਾਂ ਸੀ। ਦੇਖੋ ਜਦੋਂ ਵੀ ਆਪਾਂ ਰੈਂਕ ਕਰਦੇ ਹੁੰਦੇ ਹਾਂ, ਇੱਕ ਤਾਂ ਆਪਾਂ ਟੌਪ 'ਤੇ ਯਾਦ ਕਰਨਾ ਹੁੰਦਾ ਕਿ ਪਹਿਲੇ ਨੰਬਰ 'ਤੇ ਕੌਣ ਹੈ। ਸੈਕਿੰਡਲੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਇੰਡੀਆ ਦਾ ਰੈਂਕ ਉਹਦੇ ਵਿੱਚ ਕਿੰਨਵਾਂ ਸੀਗਾ, ਠੀਕ ਹੈ। ਤਾਂ ਦੋਨੋਂ ਚੀਜ਼ਾਂ ਆਪਾਂ ਰਿਵਾਈਜ਼ ਕਰ ਲੈਂਦੇ ਹਾਂ। ਟੌਪ 'ਤੇ ਸੀ ਜੀ ਨਿਊਜ਼ੀਲੈਂਡ ਟੌਪ ਦੇ ਉੱਤੇ ਸੀਗਾ, ਪਹਿਲੇ ਨੰਬਰ ਦੇ ਉੱਤੇ, ਇਹਨੂੰ ਯਾਦ ਕਰ ਲਿਓ। ਅਗਲੀ ਚੀਜ਼ ਯਾਦ ਰੱਖਣੀ ਆਪਾਂ, ਇੰਡੀਆ ਦਾ ਰੈਂਕ 63ਵਾਂ ਸੀਗਾ, ਠੀਕ ਹੈ। ਇਹ ਯਾਦ ਰੱਖਣਾ ਕਿੰਨਵਾਂ ਰੈਂਕ ਸੀਗਾ ਇਹਦਾ, ਇੰਡੀਆ ਦਾ 63ਵਾਂ, ਠੀਕ ਹੈ। ਇਹਨੂੰ ਯਾਦ ਰੱਖਣਾ ਤੁਸੀਂ, ਕਲੀਅਰ ਹੈ। ਇਸ ਤੋਂ ਇਲਾਵਾ ਹੁਣ ਵਰਲਡ ਬੈਂਕ ਆਇਆ ਜੀ, ਵਰਲਡ ਬੈਂਕ ਤੋਂ ਆਪਾਂ ਕੁਛ ਕੁ ਸਟੈਟਿਕ ਇਨਫੋਰਮੇਸ਼ਨ ਯਾਦ ਕਰਨੀ ਹੈ। ਜਦੋਂ ਵੀ ਵਰਲਡ ਬੈਂਕ ਆਊਗਾ ਆਪਾਂ ਚੀਜ਼ਾਂ ਰਿਵਾਈਜ਼ ਕਰਨੀਆਂ ਹੀ ਕਰਨੀਆਂ ਨੇ। ਸਭ ਤੋਂ ਪਹਿਲਾਂ ਆਪਾਂ ਨੂੰ ਫਾਰਮੇਸ਼ਨ ਪਤਾ ਹੋਣੀ ਚਾਹੀਦੀ ਕਦੋਂ ਹੋਈ, ਜੁਲਾਈ 1944 ਦੇ ਵਿੱਚ ਹੋਈ। ਪਹਿਲਾਂ ਈਅਰ ਯਾਦ ਕਰੋ, ਦੈਨ ਮੰਥ ਯਾਦ ਕਰੋ, ਮੰਥ ਵੀ ਹੁੰਦਾ ਉਸ ਤੋਂ ਬਾਅਦ ਡੇਟ 'ਤੇ ਆਓ। ਤਾਂ ਮੈਂ ਤਾਂ ਪ੍ਰੈਫਰ ਕਰੂੰਗੀ ਸਭ ਤੋਂ ਪਹਿਲਾਂ ਈਅਰ ਯਾਦ ਕਰੋ, ਠੀਕ ਹੈ। 1944 ਦੇ ਵਿੱਚ ਹੈੱਡਕੁਆਟਰ ਕਿੱਥੇ ਦਾ, ਵਾਸ਼ਿੰਗਟਨ DC। ਅੱਛਾ ਜੇ ਹੈੱਡਕੁਆਟਰ ਦੀ ਮੈਂ ਗੱਲ ਕਰਾਂ, ਵਾਸ਼ਿੰਗਟਨ DC ਜਦੋਂ ਵੀ ਆਊਗਾ, ਦੇਖੋ ਜਦੋਂ ਵੀ ਇਸਰੋ ਆਉਂਦਾ, ਮੈਂ ਤੁਹਾਨੂੰ ਉਹਦਾ ਹੈੱਡਕੁਆਟਰ ਰਿਵਾਈਜ਼ ਕਰਾਉਂਦੀ ਹਾਂ ਨਾ, ਬੈਂਗਲੁਰੂ ਦਾ। ਜਦੋਂ ਵੀ ਆਪਣਾ ਬੈਂਗਲੁਰੂ ਪੜ੍ਹਦੇ ਹਾਂ ਕਿਤੇ ਵੀ, ਤੁਹਾਨੂੰ ਮੈਂ ਇਸਰੋ ਦਾ ਹੈੱਡਕੁਆਟਰ ਰਿਵਾਈਜ਼ ਕਰਾਉਂਦੀ ਹਾਂ। ਹੁਣ ਜਦੋਂ ਵੀ ਵਾਸ਼ਿੰਗਟਨ DC ਆਊਗਾ, ਇੱਕ ਤਾਂ ਵਰਲਡ ਬੈਂਕ ਦਾ ਹੈੱਡਕੁਆਟਰ ਇੱਥੇ ਕੀ ਯਾਦ ਰੱਖਣਾ। ਸੈਕਿੰਡਲੀ ਯਾਦ ਰੱਖਣਾ ਤੁਸੀਂ IMF ਦਾ ਹੈੱਡਕੁਆਟਰ ਵੀ ਵਾਸ਼ਿੰਗਟਨ DC 'ਚ ਹੀ ਹੈ। IMF ਕੀ ਹੁੰਦਾ, ਇੰਟਰਨੈਸ਼ਨਲ ਮੋਨੀਟਰੀ ਫੰਡ। ਇਹਨੂੰ ਹੋਰ ਵੀ ਈਜ਼ੀ ਵੇ ਨਾਲ ਜੇ ਤੁਸੀਂ ਯਾਦ ਕਰਨਾ ਚਾਹੁੰਦੇ ਹੋ ਤਾਂ ਇਸ ਤਰੀਕੇ ਨਾਲ ਕਰ ਸਕਦੇ ਹੋ। ਵਰਲਡ ਬੈਂਕ ਹੈ ਜਿਹੜਾ, ਇਹ ਵੀ ਪੈਸੇ ਨਾਲ ਰਿਲੇਟਡ ਸੰਸਥਾ ਆ ਗਈ, ਅਤੇ ਇੰਟਰਨੈਸ਼ਨਲ ਮੋਨੀਟਰੀ ਫੰਡ ਹੈ ਜਿਹੜਾ, ਮੋਨੀਟਰੀ ਮਤਲਬ ਮਨੀ, ਇਹ ਵੀ ਮਨੀ ਨਾਲ ਰਿਲੇਟਡ ਆ ਗਿਆ। ਤਾਂ ਦੋਨੋਂ ਦੇ ਹੈੱਡਕੁਆਟਰਸ ਕਿੱਥੇ ਨੇ, ਵਾਸ਼ਿੰਗਟਨ DC ਦੇ ਵਿੱਚ, ਕਲੀਅਰ ਹੈ। ਇਸ ਤੋਂ ਅੱਗੇ ਆ ਜਾਂਦੇ ਆਪਾਂ ਹੈੱਡ 'ਤੇ ਜੀ। ਹੈੱਡ ਹੈਗੇ ਨੇ ਇਹਦੇ ਐਟ ਪ੍ਰੈਜ਼ੈਂਟ ਡੇਵਿਡ ਮਲਪਾਸ। ਕੌਣ ਨੇ, ਡੇਵਿਡ ਮਲਪਾਸ। ਅੱਛਾ ਇਹਨੂੰ ਵੀ ਯਾਦ ਰੱਖਣਾ, ਸਾਰਾ ਨਾਮ ਨਹੀਂ ਯਾਦ ਹੁੰਦਾ ਕੋਈ ਚੱਕਰ ਨਹੀਂ, ਪਿੱਛੇ ਪਾਸ ਪੈਂਦਾ ਨਾ, ਬਸ ਇੰਨਾ ਹੀ ਯਾਦ ਰੱਖ ਲਓ ਕਿ ਜਿਹੜਾ ਮਾਲ ਇਹਨਾਂ ਨੇ ਪਾਸ ਕਰਤਾ ਉਹੀ ਬਸ ਪਾਸ ਹੈ, ਅਦਰਵਾਈਜ਼ ਬਾਕੀ ਸਾਰਾ ਫੇਲ ਹੈ, ਹੈ ਨਾ। ਇੱਦਾਂ ਦੇ ਕੁਛ ਲਿੰਕ ਕ੍ਰੀਏਟ ਕਰ ਲਿਆ ਕਰੋ ਖੁਦ ਬ ਖੁਦ, ਈਜ਼ੀਲੀ ਜਿਹੜੇ ਯਾਦ ਹੋ ਜਾਂਦੇ ਨੇ ਇਹ, ਠੀਕ ਹੈ। ਚਲੋ ਜੀ ਨੈਕਸਟ ਨਿਊਜ਼ ਦੇ ਉੱਤੇ ਆਪਾਂ ਮੂਵ ਔਨ ਕਰਦੇ ਹਾਂ। ਨੈਕਸਟ ਨਿਊਜ਼ ਆ ਗਈ ਆਪਣੀ ਸਪੋਰਟਸ ਤੋਂ। ਹਾਂਜੀ, ਲੈਵਿਸ ਹੈਮਿਲਟਨ, ਹੈ ਨਾ, ਇਹਨਾਂ ਨੇ ਕੀ ਜਿੱਤ ਲਿਆ, ਦੁਬਾਰਾ ਤੋਂ ਫੇਰ ਜਿੱਤ ਲਿਆ, ਬੈਲਜੀਅਮ ਗ੍ਰੈਂਡ ਪ੍ਰਿਕਸ 2020 ਫਾਰਮੂਲਾ 1 ਰੇਸ, ਠੀਕ ਹੈ। ਬੈਲਜੀਅਮ ਗ੍ਰੈਂਡ ਪ੍ਰਿਕਸ ਕਿਹਨਾਂ ਨੇ ਜਿੱਤਿਆ, ਲੈਵਿਸ ਹੈਮਿਲਟਨ, ਬਹੁਤ ਇੰਪੋਰਟੈਂਟ ਪਲੇਅਰ ਨੇ ਇਹ। ਤਾਂ ਇਹਨਾਂ ਤੋਂ ਸਾਰੀ ਇਨਫੋਰਮੇਸ਼ਨ ਤੁਸੀਂ ਯਾਦ ਰੱਖਣੀ ਹੈ। ਹੁਣ ਤੱਕ ਦੇ ਸੀਜ਼ਨ ਦੀਆਂ 7 ਰੇਸਿਸ ਹੋਈਆਂ ਨੇ, 7 ਦੇ ਵਿੱਚੋਂ 5 ਇਹਨਾਂ ਨੇ ਹੀ ਵਿਨ ਕੀਤੀਆਂ ਨੇ। ਪ੍ਰੀਵੀਅਸ ਡੇਜ਼ ਦੇ ਵਿੱਚ ਵੀ ਇਹਨਾਂ ਤੋਂ ਨਿਊਜ਼ ਆਈ ਸੀ, ਆਪਾਂ ਉਹ ਰਿਵਾਈਜ਼ ਕਰ ਲੈਂਦੇ ਹਾਂ, ਉਹ ਕਿਹੜੇ ਕਿਹੜੇ ਇਹਨਾਂ ਨੇ ਹੋਰ ਜਿੱਤੇ ਹੋਏ ਨੇ, ਤਾਂ ਕਿ ਤੁਹਾਨੂੰ ਕਲੀਅਰਲੀ ਹੈ ਜਿਹੜਾ ਯਾਦ ਹੋ ਜੇ। ਹਾਂਜੀ, ਸਿਰਫ ਜੇ ਮੈਂ ਲੈਵਿਸ ਹੈਮਿਲਟਨ ਦੀ ਗੱਲ ਕਰਾਂ, ਇਹਨਾਂ ਨੇ ਹੋਰ ਕਿਹੜੇ ਕਿਹੜੇ ਜਿੱਤੇ ਨੇ, ਬ੍ਰੈਂਡ ਆਪਣਾ ਬੈਲਜੀਅਮ ਵਾਲਾ ਤਾਂ ਤੁਸੀਂ ਯਾਦ ਰੱਖਣਾ ਹੀ ਹੈ। ਇੱਕ ਹੋਰ ਸੀਗਾ ਸਟੇਰੀਅਨ ਗ੍ਰੈਂਡ ਪ੍ਰਿਕਸ, ਇਹਨੂੰ ਵੀ ਯਾਦ ਰੱਖ ਲਿਓ। ਸਟੇਰੀਅਨ ਗ੍ਰੈਂਡ ਪ੍ਰਿਕਸ ਤੋਂ ਇਲਾਵਾ ਹੰਗਰੀ ਗ੍ਰੈਂਡ ਪ੍ਰਿਕਸ, ਇਹਨੂੰ ਵੀ ਯਾਦ ਰੱਖ ਲਿਓ। ਇਸ ਤੋਂ ਇਲਾਵਾ ਬ੍ਰਿਟਿਸ਼ ਗ੍ਰੈਂਡ ਪ੍ਰਿਕਸ, ਬ੍ਰਿਟਿਸ਼ ਹੋ ਗਿਆ, ਹੰਗਰੀ ਹੋ ਗਿਆ, ਸਟੇਰੀਅਨ ਹੋ ਗਿਆ, ਅਤੇ ਬੈਲਜੀਅਮ ਵਾਲਾ ਹੋ ਗਿਆ। ਇਹਨਾਂ ਦੋਨਾਂ ਨੂੰ, ਇਹਨਾਂ ਚਾਰਾਂ ਨੂੰ ਤੁਸੀਂ ਕੀ ਹੈ ਯਾਦ ਰੱਖਣਾ, ਠੀਕ ਹੈ, ਸਾਰਿਆਂ ਦੇ ਸਾਰਿਆਂ ਨੂੰ, ਕਲੀਅਰ ਹੈ। ਓਕੇ ਆ, ਇਹ ਯਾਦ ਰੱਖ ਲਿਓ। ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਤੁਸੀਂ, ਉਹ ਕੀ ਹੈ, ਦੇਖੋ ਜਿਹੜੇ ਲੈਵਿਸ ਹੈਮਿਲਟਨ ਨੇ ਇਹ ਕਿਹੜੀ ਗੱਡੀ ਚਲਾਉਂਦੇ ਨੇ, ਮੈਂ ਤੁਹਾਨੂੰ ਦੱਸਿਆ ਵੀ ਹੋਇਆ, ਯਾਦ ਕਰਨ ਦਾ ਵੇ ਵੀ ਦੱਸਿਆ ਸੀਗਾ। ਦੇਖੋ W ਪੈਂਦਾ ਨਾ ਲੈਵਿਸ, ਤੈਨੂੰ ਉਲਟਾ ਦਿਓ ਐਮ ਬਣ ਜੂਗਾ ਨਾ, ਮਰਸੀਡੀਜ਼ ਚਲਾਉਂਦੇ ਆ ਇਹ, ਠੀਕ ਹੈ। ਐਵੇਂ ਯਾਦ ਰੱਖ ਲਿਓ ਕਿਉਂਕਿ ਗੱਡੀਆਂ 'ਚ ਵੀ ਉਲਝ ਜਾਂਦੇ ਆ ਬਾਅਦ 'ਚ। ਵਲਟੇਰੀ ਬੋਟਾਸ ਦੀ ਜੇ ਮੈਂ ਗੱਲ ਕਰਾਂ, ਇਹਨਾਂ ਦੀ ਜੇ ਮੈਂ ਗੱਲ ਕਰਾਂ, ਇਹਨਾਂ ਨੇ ਆਸਟਰੀਆਈ ਗ੍ਰੈਂਡ ਪ੍ਰਿਕਸ ਜਿੱਤਿਆ ਸੀ। ਕਿਹੜੇ ਜਿੱਤਿਆ ਸੀ, ਆਸਟਰੀਆਈ ਗ੍ਰੈਂਡ
ਪ੍ਰਿਕਸ, ਪ੍ਰੀਵੀਅਸ ਡੇਜ਼ ਦੀ ਨਿਊਜ਼ ਹੈ, ਠੀਕ ਹੈ। ਇਸ ਤੋਂ ਇਲਾਵਾ ਇੱਕ ਨਿਊਜ਼ ਹੋਰ ਆਈ ਸੀਗੀ ਮੈਕਸ ਵਰਸਟੈਪਨ ਤੋਂ, ਮੈਕਸ ਵਰਸਟੈਪਨ ਤੋਂ, ਠੀਕ ਹੈ। ਇਹਨਾਂ ਨੇ ਕੀ ਜਿੱਤਿਆ ਸੀ ਜੀ 70th ਐਨੀਵਰਸਰੀ ਗ੍ਰੈਂਡ ਪ੍ਰਿਕਸ ਫਾਰਮੂਲਾ 1 ਰੇਸ, ਠੀਕ ਹੈ। ਇਹ ਰੈੱਡ ਬੁੱਲ ਦੇ ਖਿਡਾਰੀ ਨੇ। ਇੰਨੀ ਕੁ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਇਸ ਗ੍ਰੈਂਡ ਪ੍ਰਿਕਸ ਤੋਂ ਯਾਦ ਰੱਖਣੀ ਕਿ ਕਿਹੜੀ ਕਿਹੜੀਆਂ ਹੋਈਆਂ ਨੇ, ਕਿਹੜਾ ਕਿਹੜਾ ਕਿਹਨੇ ਜਿੱਤਿਆ ਹੈ। ਕਲੀਅਰ ਹੈ, ਬਿਲਕੁਲ ਵੀ ਕਨਫਿਊਜ਼ ਨਹੀਂ ਹੋਣਾ ਹੈਗਾ। ਹਾਂਜੀ, ਉਸ ਤੋਂ ਅਗਲੇ 'ਤੇ ਆ ਜਾਂਦੇ ਆਪਾਂ ਵਰਲਡ ਲਾਰਜੈਸਟ ਸੋਲਰ ਟਰੀ, ਦੁਨੀਆ ਦਾ ਸਭ ਤੋਂ ਜਿਹੜਾ ਵੱਡਾ ਹੈ ਸੋਲਰ ਟਰੀ ਹੈ ਜਿਹੜਾ ਕਿਹਨੇ ਜੁਆਇੰਟਲੀ ਡਿਵੈਲਪ ਕੀਤਾ ਹੈ। CSIR ਅਤੇ CMERI ਇਹਨਾਂ ਨੇ ਇਕੱਠਿਆਂ ਨੇ ਜੁਆਇੰਟਲੀ ਡਿਵੈਲਪ ਕੀਤਾ ਹੈ ਵਰਲਡਸ ਦਾ ਲਾਰਜੈਸਟ ਸੋਲਰ ਟਰੀ। ਅੱਛਾ, ਜਿਹਦੀ ਮੈਂ ਪਿਕਚਰ ਦੀ ਗੱਲ ਕਰਾਂ ਤਾਂ ਕਿੱਦਾਂ ਦਾ ਟਰੀ ਹੈ ਇਹ, ਇੱਦਾਂ ਦਾ, ਠੀਕ ਹੈ। ਦੇਖੋ ਸੋਲਰ ਪੈਨਲਸ ਨੇ ਜਿਹੜੇ ਸਾਰੇ ਪਾਸੇ ਲੱਗੇ ਹੋਏ ਨੇ ਨਾ, ਅਤੇ ਹੈਗਾ ਕਿਸ ਸ਼ੇਪ 'ਚ ਹੈ, ਇਹ ਟਰੀ ਦੀ ਸ਼ੇਪ ਦੇ ਵਿੱਚ ਹੈ, ਅਤੇ ਇਸ ਤਰੀਕੇ ਦਾ ਕੁਛ ਇਹਨਾਂ ਨੇ ਡਿਵੈਲਪ ਕੀਤਾ ਹੈ। ਕਲੀਅਰ ਹੈ। ਅੱਛਾ, ਜਿਹਦੀ ਕੁਛ ਹੋਰ ਗੱਲ ਕਰੀਏ ਇਹਦੇ ਬਾਰੇ ਥੋੜ੍ਹੀ ਡਿਟੇਲਸ 'ਚ ਜਾਈਏ, 12,000 ਤੋਂ ਲੈ ਕੇ 14,000 ਯੂਨਿਟ ਤੱਕ ਦੀ ਗ੍ਰੀਨ ਐਨਰਜੀ ਹੈ ਜਿਹੜੀ ਇਹ ਜਨਰੇਟ ਕਰੂਗਾ। 12,000 ਤੋਂ ਲੈ ਕੇ 14,000 ਤੱਕ ਦੀ ਯੂਨਿਟ ਜਿਹੜੀ ਐਨਰਜੀ ਹੈ ਇਹ ਗ੍ਰੀਨ ਐਨਰਜੀ ਜਨਰੇਟ ਕਰੂਗਾ ਹਰ ਸਾਲ, ਠੀਕ ਹੈ। ਇਹ ਯਾਦ ਰੱਖ ਲੈਣਾ ਹੈ। ਇਸ ਤੋਂ ਇਲਾਵਾ CSIR ਦੀ ਜੇ ਆਪਾਂ ਫੁੱਲ ਫਾਰਮ ਦੀ ਗੱਲ ਕਰੀਏ, ਕਾਉਂਸਿਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ। ਕਲੀਅਰ ਹੈ, ਇਹਨੂੰ ਯਾਦ ਰੱਖ ਲੈਣ। ਅੱਛਾ, CSIR ਦੇ ਐਟ ਪ੍ਰੈਜ਼ੈਂਟ ਜੇ ਮੈਂ ਹੈੱਡ ਦੀ ਗੱਲ ਕਰਾਂ, ਇਹਨਾਂ ਦੇ ਹੈੱਡ ਕਿਹੜੇ ਨੇ ਜੀ ਸ਼ੇਖਰ ਸੀ ਮਾਂਡੇ, ਸ਼ੇਖਰ ਸੀ ਮਾਂਡੇ ਇਹਨਾਂ ਦੇ ਕਿਹਨੇ ਐਟ ਪ੍ਰੈਜ਼ੈਂਟ ਕਿਹਨੇ ਹੈੱਡ ਨੇ। ਸਹੀ ਹੈ, ਇਹਨੂੰ ਯਾਦ ਰੱਖਣਾ। ਇਹਦੀ ਗੱਲ ਕਰੀਏ ਜੇ ਆਪਾਂ CMERI ਦੀ ਫੁੱਲ ਫਾਰਮ ਵੀ ਹੈਗੀ ਹੈ ਸੈਂਟਰਲ, ਦੇਖੋ ਕਰੰਟ ਅਫੇਅਰ ਜਦੋਂ ਵੀ ਕਰਨਾ ਕਾਪੀ ਪੈਨ ਚੱਕ ਹੀ ਬੈਠਣਾ ਹੈਗਾ, ਮੈਕੈਨੀਕਲ ਇੰਜੀਨੀਅਰਿੰਗ पूरा पा लियो, सेंट्रल मैकेनिकल इंजीनियरिंग रिसर्च इंस्टीट्यूट, ठीक है, रिसर्च इंस्टीट्यूट ये फुल फॉर्म है। इनू याद रख लियो कित्थे है, कित्थे है जी ये दुर्गापुर वेस्ट बंगाल, वेस्ट बंगाल, ठीक है। इन्नी की इन्फॉर्मेशन तो याद रखनी है, इंपॉर्टेंट क्यों है क्योंकि वर्ल्ड का लार्जेस्ट सोलर ट्री है, ठीक है। सोलर की तो लोड़ है ना हुण। चलो जी अगली न्यूज़ उत्ते मूव ऑन करते हैं। नैक्सट अपनी न्यूज़ हैगी एक्सरसाइज तो। देखो मैं तुहानूं प्रीवियस डेज़ ਦੇ ਵਿੱਚ ਨਿਊਜ਼ ਕਰਾਈ ਸੀ ਕਿ ਇੰਡੀਆ ਹੈ ਜਿਹੜਾ ਇੰਡੀਆ ਨੂੰ ਇਨਵਾਈਟ ਕੀਤਾ ਗਿਆ ਸੀ ਲਾਈਕ ਕਾਵਕਾਜ਼ 2020 ਰਸ਼ੀਆ ਦੇ ਵਿੱਚ ਜਿਹੜੀ ਹੈਲਡ ਹੋਣ ਜਾ ਰਹੀ ਸੀਗੀ ਉਹਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ। ਬਟ ਇੱਥੇ ਨਿਊਜ਼ ਕੀ ਹੈ ਕਿ ਇੰਡੀਆ ਨੇ ਰੀਸੈਂਟਲੀ ਹੈ ਜਿਹੜਾ ਜਵਾਬ ਦਿੱਤਾ, ਮਨਾ ਕਰਤਾ ਉਸ ਦੇ ਵਿੱਚ ਪਾਰਟਿਸਿਪੇਟ ਕਰਨ ਤੋਂ। ਅੱਛਾ, ਹੁਣ ਐਵੇਂ ਕਿਉਂ ਹੋਇਆ ਇਹਦੇ ਬਾਰੇ ਦੇਖਦੇ ਹਾਂ। ਇੰਡੀਆ ਰਿਫਿਊਜ਼ਡ, ਮਨਾ ਕਰਤਾ ਟੂ ਪਾਰਟਿਸਿਪੇਟ, ਹਿੱਸਾ ਲੈਣ ਲਈ ਇਨ ਕਾਵਕਾਜ਼ 2020 ਜਿਹੜੀ ਕਿ ਰਸ਼ੀਆ ਦੇ ਵਿੱਚ ਹੋਣ ਜਾ ਰਹੀ ਹੈ। ਇਹ ਕੀਤਾ ਕਿਉਂ? ਮੈਂ ਦੇਖੋ ਕੋਵਿਡ-19 ਕਰਕੇ ਕੀਤਾ ਇਹ, ਕੋਵਿਡ-19 ਕਰਕੇ, ਕਿਉਂਕਿ ਇੰਡੀਆ ਕਹਿੰਦਾ ਕਿ ਸਾਡੇ ਜਿਹੜੇ ਇੰਡੀਆ ਦੇ ਵਿੱਚ ਹਾਲਾਤ ਨੇ ਕਾਫੀ ਬੁਰੇ ਨੇ ਹੈ ਨਾ, ਕੋਵਿਡ ਕਰਕੇ, ਕਰੋਨਾ ਵਾਇਰਸ ਕਰਕੇ, ਹਜੇ ਅਸੀਂ ਉਹਦੇ ਨਾਲ ਹੀ ਨਜਿੱਠਣਾ ਹੈ ਨਾ। ਐਕਸਰਸਾਈਜ਼ ਦੇ ਵਿੱਚ ਹਜੇ ਪਾਰਟਿਸਿਪੇਟ ਕਰਨ ਦਾ ਲਾਈਕ ਟਾਈਮ ਹੈ ਨਹੀਂ, ਹਜੇ ਮੇਨ ਫੋਕਸ ਆਪਣਾ ਕਾਹਤੇ ਹੋਣਾ ਚਾਹੀਦਾ ਕਰੋਨਾ ਨੂੰ ਖ਼ਤਮ ਕਰਨ 'ਤੇ ਹੈ ਨਾ, ਉਹਦੇ ਹਾਲਾਤਾਂ 'ਤੇ ਕਾਬੂ ਪਾਉਣ 'ਤੇ। ਉਹਨਾਂ ਕਰਕੇ ਹੀ ਜਿਹੜਾ ਇਹਨੂੰ ਡਿਵੈਲਪ ਮਤਲਬ ਇਹਨਾਂ ਨੇ ਕੀ ਮਨਾ ਕਰਾ, ਠੀਕ ਹੈ। ਇਸ ਤੋਂ ਇਲਾਵਾ ਕੀ ਯਾਦ ਰੱਖ ਸਕਦੇ ਹੋ ਤਾਂ 15 ਤੋਂ ਲੈ ਕੇ 26 ਸਤੰਬਰ ਤੱਕ ਹੈ ਜਿਹੜੀ ਇਹ ਹੈਲਡ ਹੋਣੀ ਸੀਗੀ। ਜਿਹੜੀ ਪ੍ਰੀਵੀਅਸ ਨਿਊਜ਼ ਆਪਾਂ ਕੀਤੀ ਸੀਗੀ ਕਦੋਂ ਹੈਲਡ ਹੋਣੀ ਹੈ ਹੈ ਨਾ, ਉਹ ਸਾਰਾ ਕੁਛ ਆਪਾਂ ਰਿਵਾਈਜ਼ ਕਰ ਲੈਂਦੇ ਹਾਂ ਰਸ਼ੀਆ ਤੋਂ। ਜਿਹੜੀ ਇਹ ਨਾ ਕਾਵਕਾਜ਼ 2020 ਇਹਨੂੰ ਇੱਕ ਹੋਰ ਨਾਮ ਨਾਲ ਵੀ ਬੁਲਾ ਸਕਦੇ ਹਾਂ, ਉਹ ਕਿਹੜੀ ਹੋਊਗੀ ਜੀ ਕਾਊਕਾਸਸ 2020। ਸੇਮ ਹੀ ਐਕਸਰਸਾਈਜ਼ ਹੈ, ਮਲਟੀਲੇਟਰਲ ਐਕਸਰਸਾਈਜ਼ ਹੋਊਗੀ, ਕਾਫੀ ਸਾਰੇ ਦੇਸ਼ ਇਹਦੇ ਵਿੱਚ ਪਾਰਟਿਸਿਪੇਟ ਕਰਨਗੇ, ਚਾਈਨਾ, ਈਰਾਨ, ਪਾਕਿਸਤਾਨ। ਬਟ ਇੰਡੀਆ ਨੇ ਕੀ ਰੀਸੈਂਟਲੀ ਜਵਾਬ ਦਿੱਤਾ ਹੈ ਨਾ, ਇਹ ਤੁਸੀਂ ਯਾਦ ਰੱਖ ਲਿਓ। ਰਸ਼ੀਆ ਤੋਂ ਕੀ ਯਾਦ ਰੱਖਣਾ ਹੈ, ਉਹੀ ਚੀਜ਼ ਆਪਾਂ ਕੈਪੀਟਲ ਕਰੰਸੀ ਕਰਨੀ ਹੈ। ਮੋਸਕੋ ਕੀ ਹੈ ਇਹਦੀ ਕੈਪੀਟਲ ਹੈ, ਕਰੰਸੀ ਕੀ ਹੈ ਇਹਦੀ ਰੂਬਲ ਹੈ, ਡਿਊਮਾ ਕੀ ਹੈ ਇੱਥੋਂ ਦੀ ਸੰਸਦ ਦਾ ਨਾਮ ਹੈ। ਇਹ ਤਾਂ ਹੋ ਗਈ ਬੇਸਿਕ ਇਨਫੋਰਮੇਸ਼ਨ ਇਹਦੇ ਨਾਲ ਰਿਲੇਟਡ। ਅੱਛਾ, ਹੁਣ ਜੇ ਮੈਂ ਪ੍ਰੀਵੀਅਸ ਡੇਜ਼ ਦੇ ਨਿਊਜ਼ ਦੀ ਗੱਲ ਕਰਾਂ ਤਾਂ ਰਸ਼ੀਆ ਪ੍ਰੀਵੀਅਸ ਡੇਜ਼ ਕਿਹੜੀ ਨਿਊਜ਼ ਦੇ ਵਿੱਚ ਆਇਆ ਸੀਗਾ, ਇੰਟਰਨੈਸ਼ਨਲ ਮਿਲੀਟਰੀ ਐਂਡ ਟੈਕਨੀਕਲ ਫੋਰਮ 2020, ਇੰਟਰਨੈਸ਼ਨਲ ਮਿਲੀਟਰੀ ਐਂਡ ਟੈਕਨੀਕਲ ਫੋਰਮ 2020, ਠੀਕ ਹੈ, ਜਿਹਨੂੰ ਆਰਮੀ 2020 ਵੀ ਕਿਹਾ ਜਾਂਦਾ, ਆਰਮੀ 2020 ਵੀ ਕਿਹਾ ਜਾਂਦਾ। ਇਹ ਵੀ ਰਸ਼ੀਆ ਦੇ ਵਿੱਚ ਹੈਲਡ ਹੋਣ ਜਾ ਰਹੀ ਹੈ। ਇਹਦਾ ਕਿੰਨਵਾਂ ਐਡੀਸ਼ਨ ਹੈ ਜੀ, 6ਵਾਂ ਐਡੀਸ਼ਨ ਹੈ। ਹੈਲਡ ਕਿੱਥੇ ਹੋਊਗੀ? ਮੋਸਕੋ ਦੇ ਵਿੱਚ। 730 ਪਲੱਸ ਜਿਹੜੇ ਰਸ਼ੀਅਨ ਹਥਿਆਰ ਨੇ ਉਹਦੀ ਕੀ ਇਹਦੇ ਵਿੱਚ ਲੱਗੂਗੀ ਐਗਜ਼ੀਬਿਸ਼ਨ ਲੱਗੂਗੀ। ਪ੍ਰੀਵੀਅਸ ਡੇਜ਼ ਦੇ ਵਿੱਚ ਇਹ ਨਿਊਜ਼ ਦੇ ਵਿੱਚ ਸੀਗੀ, ਠੀਕ ਹੈ। ਇਸ ਤੋਂ ਇਲਾਵਾ ਇੱਕ ਹੋਰ ਵਾਰੀ ਨਿਊਜ਼ 'ਚ ਆਇਆ ਸੀ ਰਸ਼ੀਆ, ਉਹ ਕਦੋਂ ਆਪਾਂ ਕੀਤਾ ਸੀਗਾ ਪਿਛਲੇ ਲੈਕਚਰ ਦੇ ਵਿੱਚ ਹੀ ਹੈ ਨਾ, ਫਿਡੇ ਔਨਲਾਈਨ ਚੈਸ ਓਲੰਪੀਅਡ ਫਾਈਨਲ ਮੈਚ। ਇਹਦੇ ਵਿੱਚ ਇੰਡੀਆ ਅਤੇ ਰਸ਼ੀਆ ਦੋਨਾਂ ਨੂੰ ਹੀ ਵਿਨਰ ਘੋਸ਼ਿਤ ਕੀਤਾ ਗਿਆ ਸੀ। ਮੈਂ ਦੱਸਿਆ ਸੀ ਨਾ ਨੈੱਟ ਪ੍ਰੋਬਲਮ ਕਰਕੇ ਪਹਿਲਾਂ ਰਸ਼ੀਆ ਨੂੰ ਘੋਸ਼ਿਤ ਕੀਤਾ ਗਿਆ ਸੀ, ਦੈਨ ਇੰਡੀਆ ਨੇ ਰੌਲਾ ਪਾਤਾ ਸੀਗਾ ਕਿ ਐਵੇਂ ਤੁਸੀਂ ਕਿਵੇਂ ਇਹਨੂੰ ਘੋਸ਼ਿਤ ਕਰ ਸਕਦੇ ਹੋ। ਤਾਂ ਫਾਈਨਲੀ ਇੰਡੀਆ ਅਤੇ ਰਸ਼ੀਆ ਦੋਨਾਂ ਨੂੰ ਹੀ ਜਿਹੜਾ ਵਿਨਰ ਹੈ ਜਿਹੜਾ ਘੋਸ਼ਿਤ ਕਰਤਾ ਗਿਆ ਸੀਗਾ। ਤਾਂ ਇਹਨੂੰ ਤੁਸੀਂ ਯਾਦ ਰੱਖਣਾ, ਕਲੀਅਰ ਹੈ।
ਅਗਲੀ ਨਿਊਜ਼ ਤੇ ਆ ਜਾਂਦੇ ਆ। ਰੋਬਟ ਆਊਗਾ ਇੱਥੇ, ਰੋਬਟ ਡਿਵੈਲਪ ਕੀਤਾ ਹੈ ਜੀ। ਇੰਡੀਅਨ ਰੇਲਵੇ ਨੇ ਲਾਂਚ ਕੀਤਾ ਮੈਡਬੂਟ ਨਾਮ ਦਾ ਰੋਬਟ, ਜਿਹੜਾ ਕਿ ਡਿਲੀਵਰ ਕਰੂਗਾ ਫੂਡ ਤੇ ਮੈਡੀਸਨ ਕੋਵਿਡ-19 ਦੇ ਪੇਸ਼ੈਂਟਸ। ਦੇਖੋ ਜਿਹੜੇ ਕਰੋਨਾ ਵਾਇਰਸ ਦੇ ਪੇਸ਼ੈਂਟ ਹੋਣਗੇ ਨਾ, ਉਹਨਾਂ ਨੂੰ ਭੋਜਨ ਤੇ ਦਵਾਈ ਹੈ ਜਿਹੜੀ ਇਹ ਰੋਬਟ ਡਿਲੀਵਰ ਕਰੂਗਾ। ਕਿਉਂਕਿ ਪਤਾ ਕੀ ਹੈ, ਦੇਖੋ ਕੋਈ ਪਰਸਨ ਜਾਂਦਾ ਹੈ ਨਾ ਦੇਣ, ਤਾਂ ਉਹਨੂੰ ਵੀ ਚਾਂਸਸ ਹੈਗੇ ਨੇ ਕਰੋਨਾ ਹੋਣ ਦੇ, ਹੈ ਨਾ। ਤਾਂ ਇਹਦੇ ਕਰਕੇ ਕੀ ਹੈ, ਇਹ ਡਿਵੈਲਪ ਕੀਤਾ ਗਿਆ ਰੋਬਟ, ਜਿਹਦਾ ਨਾਮ ਕੀ ਹੈ, ਮੈਡਬੂਟ। ਠੀਕ ਹੈ, ਡਿਲੀਵਰ ਕੀ ਕਰੂਗਾ ਇਹ ਫੂਡ ਤੇ ਮੈਡੀਸਨ ਕਰੋਨਾ ਵਾਇਰਸ ਦੇ ਪੇਸ਼ੈਂਟਸ। ਕੋਵਿਡ-19 ਮਤਲਬ ਕਰੋਨਾ ਵਾਇਰਸ ਡਿਸੀਜ਼ 2019, ਕਾਫੀ ਵਾਰ ਦੱਸ ਚੁੱਕੀ ਹਾਂ। ਅੱਛਾ, ਕਿਸ ਤਰੀਕੇ ਦਾ ਹੋਊਗਾ ਇਹ? ਇਸ ਤਰੀਕੇ ਦਾ ਦੇਖੋ ਹੋਊਗਾ, ਮੈਡੀਬੂਟ ਨਾਮ ਦਾ ਲਿਖਿਆ ਹੋਇਆ, ਤਾਂ ਇਹਦੇ ਉੱਤੇ ਲਾਈਕ ਰੱਖ ਕੇ ਕੀ ਹੈ, ਇੱਥੇ ਜਿੱਦਾਂ ਰੱਖ ਕੇ ਮੈਡੀਸਨ ਵਗੈਰਾ ਜੋ ਵੀ ਚੀਜ਼ਾਂ ਹੈ ਇਹ ਅੱਗੇ ਦਿੱਤੀਆਂ ਜਾਣਗੀਆਂ ਪੇਸ਼ੈਂਟਸ ਨੂੰ। ਕਲੀਅਰ ਹੈ? ਇਹਨੂੰ ਤੁਸੀਂ ਕੀ ਹੈ, ਯਾਦ ਰੱਖਣਾ। ਅੱਛਾ ਜੀ, ਹੁਣ ਆਇਆ ਇੰਡੀਅਨ ਰੇਲਵੇ ਤੋਂ ਜਿਹੜੀ ਵੀ ਬੇਸਿਕ ਇਨਫੋਰਮੇਸ਼ਨ ਹੈ ਆਪਾਂ ਰਿਵਾਈਜ਼ ਕਰ ਲੈਂਦੇ ਹਾਂ। ਕਾਫੀ ਵਾਰ ਮੈਂ ਤੁਹਾਨੂੰ ਰਿਵਾਈਜ਼ ਕਰਾਈ, ਇੱਕ ਵਾਰ ਵੀਡੀਓ ਨੂੰ ਪੌਜ਼ ਕਰਕੇ ਖੁਦ ਵੀ ਰਿਵਾਈਜ਼ ਕਰਨ ਦਾ ਟਰਾਈ ਕਰੋ, ਤਾਂ ਕਿ ਤੁਹਾਡੇ ਬੈਟਰ ਵੇ ਨਾਲ ਜਿਹੜੀ ਯਾਦ ਹੋ ਜੇ। ਹਾਂਜੀ, ਇੰਡੀਅਨ ਰੇਲਵੇ ਦੇ ਜੇ ਮੈਂ ਰੇਲ ਮੰਤਰੀ ਦੀ ਗੱਲ ਕਰਾਂ ਤਾਂ ਉਹਨਾਂ ਦਾ ਨਾਮ ਹੈਗਾ ਪੀਯੂਸ਼ ਗੋਇਲ। ਰੇਲ ਮੰਤਰੀ ਕਿਹੜੇ ਨੇ ਜੀ? ਪੀਯੂਸ਼ ਗੋਇਲ। ਠੀਕ ਹੈ, ਇਸ ਤੋਂ ਇਲਾਵਾ ਜੇ ਮੈਂ ਰੇਲਵੇ ਬੋਰਡ ਦੇ ਚੇਅਰਮੈਨ ਦੀ ਗੱਲ ਕਰਾਂ, ਉਹਨਾਂ ਦਾ ਨਾਮ ਕੀ ਹੈ? ਵਿਨੋਦ ਕੁਮਾਰ ਯਾਦਵ। ਦੇਖੋ ਮੈਂ ਬੋਲ ਵੀ ਰਹੀ ਹਾਂ। ਠੀਕ ਹੈ, ਇਸ ਤੋਂ ਇਲਾਵਾ ਦੇਖੋ ਜਿਹੜੀ ਇੰਡੀਅਨ ਰੇਲਵੇ ਹੈ ਇਹ ਸਟਾਰਟ ਕਦੋਂ ਹੋਇਆ ਸੀਗਾ? 16 ਅਪ੍ਰੈਲ। ਦੇਖੋ ਲਿਖ ਧਿਆਨ ਨਾਲ ਲਿਓ, ਤੁਸੀਂ ਡੇਟਸ ਧਿਆਨ ਨਾਲ ਲਿਖ ਲੈਂਦੇ ਹੋ, ਬਟ ਕੀ ਹੈ ਜਿਹੜੀ ਚੀਜ਼ ਮੈਂ ਮੂਹਰੇ ਬੋਲ ਰਹੀ ਹਾਂ ਕਿ ਇੰਡੀਅਨ ਰੇਲਵੇ ਕਦੋਂ ਸਟਾਰਟ ਹੋਇਆ, ਉਹ ਚੀਜ਼ਾਂ ਵੀ ਧਿਆਨ ਨਾਲ ਰੱਖੋ, ਕਿਉਂਕਿ ਰੇਲਵੇ ਹੋਰ ਟਾਈਮ 'ਤੇ ਸਟਾਰਟ ਹੋਇਆ। ਠੀਕ ਹੈ, ਰੇਲਵੇ ਬੋਰਡ ਹੈ ਜਿਹੜਾ ਅਲੱਗ ਟਾਈਮ 'ਤੇ ਹੈ, ਰੇਲਵੇ ਐਕਟ ਹੈ ਅਲੱਗ ਟਾਈਮ 'ਤੇ, ਤੁਸੀਂ ਤਿੰਨਾਂ 'ਚ ਕਨਫਿਊਜ਼ ਨਹੀਂ ਹੋਣਾ ਹੈਗਾ। ਠੀਕ ਹੈ, ਇੰਡੀਅਨ ਰੇਲਵੇ ਕਦੋਂ ਸਟਾਰਟ ਹੋਇਆ? 16 ਅਪ੍ਰੈਲ 1853 ਨੂੰ। ਉਦੋਂ ਸ਼ਾਸਨਕਾਲ ਕਿਹਦਾ ਸੀਗਾ ਜੀ? ਵਾਇਸਰੋਏ ਲਾਰਡ ਡਲਹੌਜੀ ਯਾਦ ਰੱਖਣਾ। ਦੇਖੋ ਉਦੋਂ ਵਾਇਸਰੋਇਜ਼ ਹੁੰਦੇ ਸੀ ਨਾ, ਤਾਂ ਲਾਰਡ ਡਲਹੌਜੀ ਤਾਂ ਉਸ ਟਾਈਮ ਦੇ ਉੱਤੇ ਸ਼ਾਸਨਕਾਲ ਸੀ। 16 ਅਪ੍ਰੈਲ ਨੂੰ ਬਣੇ, ਇਸੇ ਕਰਕੇ 16 ਅਪ੍ਰੈਲ ਨੂੰ ਇੰਡੀਅਨ ਰੇਲਵੇ ਡੇ ਵੀ ਮਨਾਇਆ ਜਾਂਦਾ ਹੈ। ਅੱਛਾ, ਜਿਹੜੀ ਪਹਿਲੀ ਟ੍ਰੇਨ ਸੀ ਕਿੱਥੋਂ ਤੋਂ ਕਿੱਥੋਂ ਤੱਕ ਚੱਲੀ? ਮੁੰਬਈ ਟੂ ਥਾਣੇ, 34 ਕਿਲੋਮੀਟਰ ਦਾ ਡਿਸਟੈਂਸ ਕਵਰ ਕੀਤਾ ਇਹਨੇ। ਨਾਮ ਕੀ ਸੀ ਜੀ? ਬਲੈਕ ਬਿਊਟੀ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਨਾ, ਕਾਫੀ ਵਾਰ ਮੈਂ ਰਿਵਾਈਜ਼ ਕਰਾ ਚੁੱਕੀ ਹਾਂ, ਬਲੈਕ ਬਿਊਟੀ। ਅੱਛਾ, ਇਸ ਤੋਂ ਇਲਾਵਾ ਥੋੜ੍ਹਾ ਜਿਹਾ ਅੱਜ ਇਲੈਬੋਰੇਟ ਕਰਕੇ ਕਰਦੇ ਹਾਂ। ਜੇ ਮੈਂ ਗੱਲ ਕਰਾਂ ਕਿ ਜਿਹੜਾ ਰੇਲਵੇ ਬੋਰਡ ਹੈ ਇਹ ਕਦੋਂ ਇਸਟੈਬਲਿਸ਼ ਹੋਇਆ? ਰੇਲਵੇ ਬੋਰਡ ਇਸਟੈਬਲਿਸ਼ ਹੋਇਆ 1905 ਦੇ ਵਿੱਚ। ਉਦੋਂ ਟਾਈਮ ਪੀਰੀਅਡ ਕਿਹਦਾ ਸੀਗਾ? ਲਾਰਡ ਕਰਜ਼ਨ ਦਾ। ਕਰਜ਼ਨ ਨੂੰ ਤੁਸੀਂ ਕਿਵੇਂ ਯਾਦ ਰੱਖ ਸਕਦੇ ਹੋ? ਦੇਖੋ ਤੁਸੀਂ ਜੇ ਥੋੜ੍ਹੀ ਵੀ ਹਿਸਟਰੀ ਪੜ੍ਹੀ ਹੈ, ਤੁਹਾਨੂੰ ਇੰਨਾ ਪਤਾ ਹੋਊਗਾ ਵੀ 1905 ਦੇ ਵਿੱਚ ਲਾਰਡ ਕਰਜ਼ਨ ਨੇ ਬੰਗਾਲ ਦੀ ਵੰਡ ਕਰਾਈ ਸੀ, ਹੈ ਨਾ। ਬੰਗਾਲ ਦੀ ਵੰਡ ਕਰਾਈ ਸੀ, ਇਹ ਚੀਜ਼ ਤੁਹਾਨੂੰ ਪਤਾ ਹੋਊਗੀ। 1905 ਸੀ, ਪੱਕਾ ਈਅਰ ਯਾਦ ਰੱਖਣਾ ਇਹ। ਅੱਛਾ, ਜੇ ਨਹੀਂ ਪਤਾ ਤਾਂ ਇਹ ਵੀ ਚੀਜ਼ ਯਾਦ ਕਰ ਲਓ ਨਾਲ। ਤਾਂ ਲਾਰਡ ਕਰਜ਼ਨ ਦਾ ਕਿਸੇ ਤੋਂ ਟਾਈਮ ਪੀਰੀਅਡ ਸੀ, ਇਹ ਵੀ ਤੁਸੀਂ ਯਾਦ ਇਹਦੇ ਤੋਂ ਰੱਖਣਾ ਹੈ। ਇਸ ਤੋਂ ਇਲਾਵਾ ਜੇ ਮੈਂ ਇੰਡੀਅਨ ਰੇਲਵੇ ਐਕਟ ਦੀ ਗੱਲ ਕਰਾਂ ਜੇ ਇੰਡੀਅਨ ਰੇਲਵੇ ਐਕਟ ਧਿਆਨ ਨਾਲ ਨੋਟ ਕਰ ਲਿਓ, ਕਿਹੜਾ ਐਕਟ ਕਿਹੜਾ ਬੋਰਡ ਹੈ, ਸਾਰਾ ਕੁਝ ਧਿਆਨ ਨਾਲ। 1890 ਹੈ ਇਹਦਾ ਆਨਸਰ। ਠੀਕ ਹੈ ਜੀ, ਇਹਨੂੰ ਵੀ ਯਾਦ ਰੱਖਣਾ ਹੈ। ਓਕੇ, ਦੈਨ ਜੇ ਜ਼ੋਨ ਦੀ ਗੱਲ ਕਰੀਏ ਆਪਾਂ, ਰੇਲਵੇ ਜ਼ੋਨ ਐਟ ਪ੍ਰੈਜ਼ੈਂਟ ਕਿੰਨੇ ਨੇ? 18 ਰੇਲਵੇ ਜ਼ੋਨ ਨੇ। 18th ਰੇਲਵੇ ਜ਼ੋਨ ਹੈ ਜਿਹੜਾ 18th ਰੇਲਵੇ ਜ਼ੋਨ ਹੈ ਉਹ ਕਿਹੜਾ ਜੀ? ਸਾਊਥ ਕੋਸਟਲ ਰੇਲਵੇ ਜ਼ੋਨ ਹੈ। ਇਹਦਾ ਹੈੱਡਕੁਆਟਰ ਕਿੱਥੇ ਹੈ? ਵਿਸ਼ਾਖਾਪਟਨਮ ਦੇ ਵਿੱਚ। ਠੀਕ ਹੈ, ਇਹਨੂੰ ਵੀ ਯਾਦ ਤੁਸੀਂ ਰੱਖ ਸਕਦੇ ਹੋ। ਠੀਕ ਹੈ, ਹੁਣ ਜੇ ਵਿਸ਼ਾਖਾਪਟਨਮ ਆ ਗਿਆ, ਵਿਸ਼ਾਖਾਪਟਨਮ ਤੋਂ ਚਾਹੇ ਹਾਈ ਕੋਰਟ ਰਿਵਾਈਜ਼ ਕਰ ਲਓ ਕਿ 25 ਹਾਈ ਕੋਰਟ ਹੈ, 25ਵੀਂ ਕਿਹਦੀ ਹੈ? ਆਂਧਰਾ ਪ੍ਰਦੇਸ਼ ਅਮਰਾਵਤੀ ਦੀ ਹੈ। ਇਹ ਵੀ ਤੁਸੀਂ ਰਿਵਾਈਜ਼ ਤੋਂ ਕਰ ਸਕਦੇ ਹੋ। ਦੇਖੋ ਲਿੰਕ ਕ੍ਰੀਏਟ ਕਰਨਾ, ਇੱਕ ਵਰਡ ਚੱਕੋ ਤਾਂ ਜਿੰਨੀ ਵੀ ਇਨਫੋਰਮੇਸ਼ਨ ਯਾਦ ਆਉਂਦੀ ਉਹਨੂੰ ਰਿਵਾਈਜ਼ ਬਸ ਕਰੀ ਜਾਓ। ਇਸੇ ਤਰੀਕੇ ਨਾਲ ਕਰੰਟ ਅਫੇਅਰ ਅਤੇ ਸਟੈਟਿਕ ਜੀਕੇ ਕਵਰ ਹੋਊਗੀ। ਹੁਣ ਦੇਖੋ ਮੰਨ ਲਓ ਤੁਸੀਂ ਸਟੈਟਿਕ ਜੀਕੇ ਕਰਨ ਬੈਠਦੇ ਹੋ, ਨੋਟ ਕਰੀ ਜਾਓਗੇ, ਉਹਦੇ ਨਾਲ ਕੀ ਹੁੰਦਾ, ਆਪਣੇ ਕੋਲੇ ਕੰਟੈਂਟ ਬਹੁਤ ਜ਼ਿਆਦਾ ਹੋ ਜਾਂਦਾ। ਮੈਂ ਮੰਨਦੀ ਹਾਂ ਇਸ ਚੀਜ਼ ਤੋਂ, ਬਟ ਕੀ ਹੈ ਆਪਣੇ ਯਾਦ ਨਹੀਂ ਰਹਿੰਦਾ, ਕਿਉਂਕਿ ਰੈਪੀਟੀਸ਼ਨ ਤੋਂ ਬਿਨਾਂ ਕਰੰਟ ਅਫੇਅਰਸ ਹੋਏ, ਸਟੈਟਿਕ ਜੀਕੇ, ਚਾਹੇ ਕੋਈ ਵੀ ਚੀਜ਼ ਯਾਦ ਨਹੀਂ ਰਹਿੰਦੀ। ਹਾਲੇ ਹਿਸਟਰੀ ਦੀ ਤਾਂ ਸਟੋਰੀ ਜੀ ਬਣ ਜਾਂਦੀ ਹੈ, ਕਰੰਟ ਅਫੇਅਰਸ ਦਾ ਤਾਂ ਯਾਦ ਰੱਖਣਾ ਥੋੜ੍ਹਾ ਜਿਹਾ ਟਿਪੀਕਲ ਕੰਮ ਹੈ। ਇਸ ਲਈ ਇੰਨੀ ਜ਼ਿਆਦਾ ਉਹ ਚੀਜ਼ ਨੂੰ ਰਿਪੀਟ ਕਰ ਦਿਓ। ਕੋਈ ਪ੍ਰੀਵੀਅਸ ਡੇਜ਼ ਦੀ ਨਿਊਜ਼ ਹੈ ਜਾਂ ਫਿਰ ਕੋਈ ਡੇਜ਼ ਹੈ, ਬੁੱਕਸ ਹੈ, ਅਵਾਰਡਸ ਵਗੈਰਾ ਨੇ, ਹੈ ਨਾ, ਜਾਂ ਸਟੈਟਿਕ ਜੀਕੇ ਦਾ ਜਿਹੜਾ ਆਪਾਂ ਪਾਰਟ ਕਰਦੇ ਹਾਂ, ਕਿ ਤੁਹਾਡੇ ਟਿਪਸ ਦੇ ਉੱਤੇ ਹੋ ਜਾਏ ਉਹ ਚੀਜ਼ਾਂ ਦਾ। ਠੀਕ ਹੈ, ਵੀ ਉਹਨਾਂ ਦੇ ਟਾਈਮ ਖਰਾਬ ਤੁਹਾਨੂੰ ਕਰਨਾ ਨਾ ਪਵੇ ਬਿਲਕੁਲ ਵੀ। ਠੀਕ ਹੈ ਜੀ, ਅਗਲੇ 'ਤੇ ਚੱਲਦੇ ਹਾਂ। ਇੰਪੋਰਟੈਂਟ ਮੰਥ ਦੇ ਵਿੱਚ ਕੀ ਕਰਨਾ ਆਪਾਂ? ਕਹਿੰਦੇ ਸਤੰਬਰ 2020 ਨੂੰ ਨਾ ਐਜ਼ ਅ ਨੈਸ਼ਨਲ ਨਿਊਟ੍ਰੀਸ਼ਨ ਮੰਥ ਹੈ ਜਿਹੜਾ ਸੈਲੀਬ੍ਰੇਟ ਕੀਤਾ ਜਾਵੇ। ਇਹ ਅਨਾਊਂਸ ਕੀਤਾ ਨਰਿੰਦਰ ਮੋਦੀ ਜੀ ਨੇ। ਅਬ ਮਨ ਕੀ ਬਾਤ ਕਰਦੇ ਹੁੰਦੇ ਨੇ ਨਾ, ਉਹ ਮਨ ਕੀ ਬਾਤ ਜੋ ਵੀ ਹੈ ਨਾ, ਉਹਦੇ ਵਿੱਚ ਨਰਿੰਦਰ ਮੋਦੀ ਜੀ ਨੇ ਅਨਾਊਂਸ ਕੀਤਾ ਕਿ ਸਤੰਬਰ ਦਾ ਜਿਹੜਾ ਸਾਰਾ ਦਾ ਸਾਰਾ ਮਹੀਨਾ ਉਹਨੂੰ ਨੈਸ਼ਨਲ ਨਿਊਟ੍ਰੀਸ਼ਨ ਮੰਥ ਦੇ ਤੌਰ 'ਤੇ ਜਿਹੜਾ ਸੈਲੀਬ੍ਰੇਟ ਕੀਤਾ ਜਾਵੇ। ਦੇਖੋ ਇਹ ਨਿਊਜ਼ ਕਾਫੀ ਇੰਪੋਰਟੈਂਟ ਹੈ। ਇਹੋ ਜਿਹੇ ਜਿਹੜੀਆਂ ਨਿਊਜ਼ ਨੇ ਪੇਪਰ 'ਚ ਆਉਣ ਦੇ ਪੂਰੇ ਚਾਂਸਸ ਹੁੰਦੇ ਨੇ ਕਿ ਕਦੋਂ ਤੋਂ ਲੈ ਕੇ ਕਦੋਂ ਤੱਕ ਕਿਹੜਾ ਵੀਕ ਮਨਾਇਆ ਗਿਆ।
ਡੇਜ਼ ਤਾਂ ਆਉਂਦੇ ਹੀ ਆਉਂਦੇ ਨੇ नो डाउट, ਵੀਕ ਹੋ ਗਏ, ਕਿਹੜਾ ਮੰਥ ਕਿਹੜਾ ਅਨਾਊਂਸ ਕੀਤਾ, ਦੇਖੋ ਮੋਦੀ ਜੀ ਨੇ ਅਨਾਊਂਸ ਕੀਤਾ, ਬਹੁਤ ਇੰਪੋਰਟੈਂਟ ਪਰਸਨ ਨੇ ਇਹ, ਤਾਂ ਕਰਕੇ ਇਹਨਾਂ ਨੂੰ ਯਾਦ ਰੱਖਣਾ ਬਣਦਾ ਹੈ। ਠੀਕ ਹੈ, ਇਹ ਤੁਸੀਂ ਯਾਦ ਕਲੀਅਰ ਕੱਟ ਰੱਖਣਾ ਹੈ। ਠੀਕ ਹੈ ਜੀ, ਮਨ ਕੀ ਬਾਤ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਨੈਸ਼ਨਲ ਨਿਊਟ੍ਰੀਸ਼ਨ ਮੰਥ ਹੈ ਜਿਹੜਾ ਸੈਲੀਬ੍ਰੇਟ ਕਰਨਾ ਹੈ। ਉਸ ਤੋਂ ਨੈਕਸਟ 'ਤੇ ਆ ਜਾਂਦੇ ਹਾਂ ਜੀ ਅਵਾਰਡਸ 'ਤੇ। ਰਾਜੀਵ ਗਾਂਧੀ ਇੰਟਰਨੈਸ਼ਨਲ ਏਅਰਪੋਰਟ, ਇਹਨੂੰ ਮਿਲਿਆ ਹੈਗਾ ਐਕਸੀਲੈਂਸ ਐਨਰਜੀ ਯੂਨਿਟ ਅਵਾਰਡ। ਰਾਜੀਵ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਹੈ ਕਿੱਥੇ? ਸਭ ਤੋਂ ਪਹਿਲਾਂ ਤੁਸੀਂ ਇਹ ਯਾਦ ਰੱਖਣਾ, हैदराबाद। हैदराबाद, ਇਹਨੂੰ ਕੀ ਮਿਲਿਆ? ਐਕਸੀਲੈਂਸ ਐਨਰਜੀ ਯੂਨਿਟ ਅਵਾਰਡ। ਦੇਖੋ ਅਵਾਰਡਸ ਵਗੈਰਾ ਹੋ ਗਏ ਹੈ ਨਾ, ਡੇਜ਼ ਵਗੈਰਾ ਹੋ ਗਏ, ਟੂ ਦੀ ਪੁਆਇੰਟ ਯਾਦ ਰੱਖਣ ਵਾਲੇ ਹੁੰਦੇ ਵੀ ਕਿਹਨੂੰ ਕਿਹੜਾ ਮਿਲਿਆ ਅਵਾਰਡ ਅਤੇ ਕਿਹੜਾ ਡੇ ਕਿਸ ਦਿਨ ਮਨਾਇਆ ਗਿਆ। ਠੀਕ ਹੈ, ਇਹਦੇ ਵਿੱਚ ਬਾਹਲਾ ਡੀਪਲੀ ਜਾਣ ਦੀ ਜ਼ਰੂਰਤ ਨਹੀਂ ਹੁੰਦੀ, ਜਿਹੜੇ 'ਚ ਡੀਪਲੀ ਜਾਣ ਦੀ ਲੋੜ ਹੋਊਗੀ ਮੈਂ ਦੱਸ ਵੀ ਦਊਂਗੀ। ਨੋਬਲ ਪੀਸ ਪ੍ਰਾਈਜ਼ ਹੋ ਗਏ, ਆਪਣੇ ਭਾਰਤ ਰਤਨ ਵਗੈਰਾ ਹੋ ਗਿਆ, ਉਹਨਾਂ ਦੀ ਮੈਂ ਤੁਹਾਨੂੰ ਨਾਲ ਨਾਲ ਕਰਾਈ ਜਾਊਂਗੀ। ਅੱਛਾ, ਰਹੀ ਗੱਲ ਇੰਟਰਨੈਸ਼ਨਲ ਏਅਰਪੋਰਟਸ ਦੀ, ਤਾਂ ਜਿਹੜੇ ਵੀ ਆਪਣੇ ਇੰਪੋਰਟੈਂਟ ਏਅਰਪੋਰਟਸ ਨੇ, ਠੀਕ ਹੈ, ਉਹ ਤੁਹਾਨੂੰ ਮੈਂ ਇਕੱਠੇ ਇੱਕ ਸਲਾਈਡ ਦੇ ਵਿੱਚ ਬਣਾ ਕੇ ਦੇ ਦੂੰਗੀ, ਤਾਂ ਕਿ ਤੁਸੀਂ ਉਹ ਤੋਂ ਇਕੱਠੇ ਰਿਵਾਈਜ਼ ਕਰ ਸਕੋ। ਠੀਕ ਹੈ, ਹੁਣ ਬੋਲ ਕੇ ਦੱਸੂਗੀ, ਤੁਸੀਂ ਨੋਟ ਨਹੀਂ ਕਰਨੇ, ਇਕੱਲੀ ਨਿਊਜ਼ ਹੀ ਕਰੋਗੇ। ਠੀਕ ਹੈ, ਨੈਕਸਟ ਲੈਕਚਰ 'ਚ ਕਦੋਂ ਵੀ ਮੈਂ ਤੁਹਾਨੂੰ ਇੱਕ ਸਲਾਈਡ ਬਣਾ ਕੇ ਦੇ ਦੂੰਗੀ ਕਿ ਆਹ ਸਾਰੇ ਯਾਦ ਕਰਨੇ, ਅਤੇ ਯਾਦ ਕਰਨ ਦਾ ਮੈਥਡ ਵੀ ਦੱਸ ਦੂੰਗੀ ਨਾਲ। ਠੀਕ ਹੈ ਜੀ, ਨੈਕਸਟ 'ਤੇ ਚੱਲਦੇ ਹਾਂ ਆਪਾਂ। ਰੈਂਕਿੰਗ ਐਂਡ ਇੰਡੈਕਸ, ਬਹੁਤ ਇੰਪੋਰਟੈਂਟ ਇਹ ਨਿਊਜ਼ ਹੈ। ਕਹਿੰਦੇ ਅਮੂਲ ਫਸਟ ਬਣ ਗਈ ਇੰਡੀਅਨ ਡਾਇਰੀ ਟੂ ਮੇਕ ਦੀ ਟੌਪ 20 ਇਨ ਰੈਬੋ ਬੈਂਕਸ ਗਲੋਬਲ ਲਿਸਟ। ਇਸ ਲਿਸਟ ਦੇ ਵਿੱਚ ਟੌਪ 20 ਦੇ ਵਿੱਚ ਜੇ ਕੋਈ ਇੰਡੀਆ ਦੀ ਪਹਿਲੀ ਕੋਈ ਡੇਅਰੀ ਆਈ ਹੈ ਤਾਂ ਉਹ ਅਮੂਲ ਹੈ। ਠੀਕ ਹੈ, ਧਿਆਨ ਨਾਲ ਸਮਝ ਲਓ, ਇਸ ਲਿਸਟ ਦੇ ਵਿੱਚ ਟੌਪ 20 ਦੇ ਵਿੱਚ ਜੇ ਕੋਈ ਇੰਡੀਆ ਦੀ ਡੇਅਰੀ ਆਈ ਹੈ, ਠੀਕ ਹੈ, ਮਿਲਕ ਨਾਲ ਰਿਲੇਟਡ, ਤਾਂ ਉਹ ਕੀ ਹੈ? ਅਮੂਲ ਹੈ। ਯਾਦ ਰੱਖਣਾ ਅਮੂਲ। ਇੱਕ ਵਾਰ ਆਪਾਂ ਅਗਸਤ ਦੇ ਵਿੱਚ ਵੀ ਅਮੂਲ ਤੋਂ ਨਿਊਜ਼ ਨਹੀਂ ਕੀਤੀ ਸੀ, ਮੈਂ ਤੁਹਾਨੂੰ ਲਿੰਕ ਕਰਿਆ ਕਿ ਅਮੂਲ ਦਾ ਹੈੱਡਕੁਆਟਰ ਵਗੈਰਾ ਦੱਸਿਆ ਸੀਗਾ। ਠੀਕ ਹੈ, ਤਾਂ ਇਹ ਯਾਦ ਰੱਖਣਾ। ਅੱਛਾ, ਟੌਪ 20 ਦੇ ਵਿੱਚ ਤਾਂ ਆ ਗਿਆ, ਬੇਸਿਕਲੀ ਰੈਂਕ ਕਿੰਨਾ ਇਹਦਾ? 16ਵਾਂ ਰੈਂਕ ਹੈ ਅਮੂਲ ਦਾ, ਇਹਨੂੰ ਯਾਦ ਰੱਖ ਲਿਓ। ਨੈਟਵਰਥ ਕਿੰਨੀ ਦੱਸੀ ਗਈ? ਕਹਿੰਦੇ $5.5 ਬਿਲੀਅਨ ਹੈ ਜਿਹੜੇ। ਠੀਕ ਹੈ, ਬਿਲੀਅਨ ਡਾਲਰ ਦਾ ਵਪਾਰ ਹਰ ਈਅਰ ਹੈ ਜਿਹੜਾ ਇਹ ਕਰਦੇ ਆ। ਠੀਕ ਹੈ, ਇਹ ਤੁਸੀਂ ਯਾਦ ਰੱਖ ਲੈਣਾ। ਅੱਛਾ, ਇਸ ਤੋਂ ਇਲਾਵਾ ਮੈਂ ਤੁਹਾਨੂੰ ਕੁਝ ਹੋਰ ਵੀ ਕਰਾਇਆ ਸੀ ਅਮੂਲ ਤੋਂ ਮੈਂ ਦੱਸਿਆ ਸੀਗਾ ਕਿ ਗੁਜਰਾਤ ਦੇ ਵਿੱਚ ਆਨੰਦ ਡਿਸਟ੍ਰਿਕਟ ਕਰਾਇਆ ਸੀ ਨਾ, ਆਨੰਦ ਡਿਸਟ੍ਰਿਕਟ। ਮੈਂ ਤੁਹਾਨੂੰ ਨਿਊਜ਼ ਵੀ ਦੱਸ ਦਿੰਦੀ ਆਨੰਦ ਡਿਸਟ੍ਰਿਕਟ ਤੋਂ ਤੁਹਾਨੂੰ ਕਿਹੜੀ ਕਰਾਈ ਸੀਗੀ। ਆਨੰਦ ਡਿਸਟ੍ਰਿਕਟ ਕਿੱਥੇ ਪੈਂਦਾ? ਗੁਜਰਾਤ। ਡਿਸਟ੍ਰਿਕਟ ਪੁੱਛ ਲੈਣ ਉਹ ਵੀ ਪਤਾ ਹੋਵੇ ਤੁਹਾਨੂੰ, ਗੁਜਰਾਤ ਸਟੇਟ ਪੁੱਛ ਲੈਣ ਤੁਹਾਨੂੰ ਉਹ ਵੀ ਪਤਾ ਹੋਵੇ। ਠੀਕ ਹੈ, ਇਹ ਫਾਰਮ ਕਦੋਂ ਹੋਇਆ ਸੀ? 1946 ਦੇ ਵਿੱਚ। ਕਲੀਅਰ ਹੈ ਜੀ, ਇਹ ਯਾਦ ਰੱਖਿਓ। ਐਟ ਪ੍ਰੈਜ਼ੈਂਟ ਜੇ ਅਮੂਲ ਦੀ ਗੱਲ ਕਰਾਂ ਮੈਂ, MD ਤੇ ਇਹਦੇ MD ਕੌਣ ਨੇ ਇਹਦੇ? RS ਸੋਢੀ ਵੀ ਕਹਿ ਦਿੰਦੇ ਨੇ, ਹੈ ਨਾ, ਰੁਪਿੰਦਰ ਸਿੰਘ ਸੋਢੀ ਵੀ ਕਹਿ ਦਿੰਦੇ ਨੇ। ਤੁਹਾਡੀ ਇੱਛਾ ਹੈ ਕਿਵੇਂ ਵੀ ਯਾਦ ਕਰ ਲਓ, ਬਸ ਕੁੱਲ ਮਿਲਾ ਕੇ ਕੀ ਹੈ ਤੁਸੀਂ ਯਾਦ ਕਰਨਾ ਹੈ। ਅੱਛਾ, ਕਿਹੜੀ ਨਿਊਜ਼ ਦੇ ਵਿੱਚ ਆਇਆ ਸੀ? ਆਪਾਂ ਉਹ ਨਿਊਜ਼ ਦੀ ਗੱਲ ਕਰ ਲੈਂਦੇ ਹਾਂ ਹੁਣ, ਤਾਂ ਕਿ ਤੁਹਾਨੂੰ ਰਿਮਾਈਂਡ ਹੋ ਜੇ। ਅੱਛਾ, ਆਨੰਦ ਡਿਸਟ੍ਰਿਕਟ ਤੋਂ ਮੈਂ ਤੁਹਾਨੂੰ ਨਿਊਜ਼ ਕਰਾਈ ਸੀਗੀ। ਆਨੰਦ ਡਿਸਟ੍ਰਿਕਟ ਤੋਂ ਕੀ ਨਿਊਜ਼ ਸੀਗੀ ਕਿ ਇੰਡੀਆ ਦੀ ਪਹਿਲੀ ਹਨੀ ਟੈਸਟਿੰਗ ਲੈਬੋਰਟਰੀ ਇੱਥੇ ਬਣੀ ਹੈ। ਇੰਡੀਆਜ਼ ਫਸਟ ਹਨੀ ਟੈਸਟਿੰਗ ਲੈਬੋਰਟਰੀ ਹੈ ਜਿਹੜੀ, ਉਹ ਆਨੰਦ ਡਿਸਟ੍ਰਿਕਟ ਦੇ ਵਿੱਚ ਬਣੀ ਸੀ। ਮੈਂ ਤੁਹਾਨੂੰ ਅਗਸਤ ਦੇ ਵਿੱਚ ਕਰਾਇਆ ਸੀਗਾ। ਠੀਕ ਹੈ, ਅਮੂਲ ਵੀ ਤੁਹਾਨੂੰ ਮੈਂ ਤਾਂ ਲਿੰਕ ਕਰਤਾ ਸੀ ਵੀ ਆਨੰਦ ਡਿਸਟ੍ਰਿਕਟ ਹੀ ਇਹ ਹੈ, ਅਤੇ ਆਨੰਦ ਡਿਸਟ੍ਰਿਕਟ ਦੇ ਵਿੱਚ ਹੀ ਅਮੂਲ ਦੇ ਹੈੱਡਕੁਆਟਰਸ ਨੇ। ਅੱਛਾ, ਇਸ ਤੋਂ ਇਲਾਵਾ ਕੁਝ ਹੋਰ ਰਿਵਾਈਜ਼ ਜੇ ਆਪਾਂ ਇਹ ਤੋਂ ਕਰ ਸਕਦੇ ਹਾਂ, ਉਹ ਕੀ ਹੈ? ਅਮੂਲ ਆ ਗਿਆ ਮਿਲਕ ਨਾਲ ਰਿਲੇਟਡ। ਥੋੜ੍ਹਾ ਜਿਹਾ ਮਿਲਕ ਵੱਲ ਚੱਲਦੇ ਹਾਂ। ਮਿਲਕ ਦੀ ਰੈਵੋਲਿਊਸ਼ਨ ਨੂੰ ਕੀ ਕਹਿੰਦੇ ਆ ਜੀ? ਵਾਈਟ ਰੈਵੋਲਿਊਸ਼ਨ। ਅੱਛਾ, ਜੇ ਵਾਈਟ ਰੈਵੋਲਿਊਸ਼ਨ ਨੂੰ ਕਿਸੇ ਹੋਰ ਨਾਮ ਨਾਲ ਵੀ ਜਾਣਿਆ ਜਾਂਦਾ, ਇਹ ਆਇਆ ਹੋਇਆ ਕੁਐਸਚਨ, ਇਸ ਲਈ ਦੱਸ ਰਹੀ ਹਾਂ। ਆਪਰੇਸ਼ਨ ਫਲੱਡ, ਇਹਨੂੰ ਵੀ ਯਾਦ ਰੱਖ ਲਿਓ। ਕਲੀਅਰ ਹੈ। ਇਸ ਤੋਂ ਇਲਾਵਾ ਜਿਹੜਾ ਇੰਡੀਆ ਦੇ ਵਿੱਚ ਇਹਨੂੰ ਸਟਾਰਟ ਕਿਹਨੇ ਕੀਤਾ, ਜਾਂ ਫਾਦਰ ਕੌਣ ਨੇ ਇਹਦੇ, ਹੈ ਨਾ, ਕਿਹਨੇ ਸਟਾਰਟ ਕੀਤਾ ਇਸ ਚੀਜ਼ ਨੂੰ? ਉਹਦੇ ਨਾਮ ਹੈਗਾ ਜੀ ਵਰਗੀਜ਼ ਕੁਰੇਨ। ਨਾਮ ਬਹੁਤ ਇੰਪੋਰਟੈਂਟ ਹੈ, ਐਗਰੀਕਲਚਰ ਦਾ ਵੀ ਇਹ ਥੋੜ੍ਹਾ ਪਾਰਟ ਬਣਦਾ, ਉਹਦੇ ਵਿੱਚ ਵੀ ਆ ਜਾਂਦਾ ਨੇਮ, ਇਹ ਇੰਪੋਰਟੈਂਟ ਹੈ। ਠੀਕ ਹੈ, ਇਹਨੂੰ ਤੁਸੀਂ ਇਹਦੇ ਤੋਂ ਯਾਦ ਰੱਖ ਸਕਦੇ ਹੋ। ਹਾਂਜੀ, ਚਲੋ ਜੀ ਅੱਗੇ ਆਪਾਂ ਇੱਕ ਹੋਰ ਕਰਦੇ ਹਾਂ। ਨੈਕਸਟ ਹੈ ਮੈਕੈਂਜੀ ਸਕਾਟ ਲੋਰੀਆਲ। ਇਹ ਕੌਣ ਨੇ ਜੀ? ਰਿਚੈਸਟ ਵਿਮਨ ਬਣ ਗਏ ਇਹ ਵਰਲਡ ਦੇ, ਰਿਚੈਸਟ ਵਿਮਨ ਇਨ ਦੀ ਵਰਲਡ। ਤੁਹਾਨੂੰ ਇਹਨਾਂ ਦੇ ਦਰਸ਼ਨ ਕਰਾ ਦਿੰਦੇ ਆ, ਦੇਖ ਲਓ ਜੀ, ਇਹ ਹੈ। ਠੀਕ ਹੈ, ਜੈਫ ਬੈਜ਼ਸ ਨਾਮ ਤਾਂ ਸੁਣਿਆ ਹੀ ਹੋਊਗਾ, ਹੈ ਨਾ, ਐਮਾਜ਼ੋਨ ਦੇ ਫਾਊਂਡਰ। ਮੈਂ ਤੁਹਾਨੂੰ ਕਰਵਾਇਆ ਵੀ ਹੋਇਆ ਰੈਂਕਿੰਗ ਦੇ ਵਿੱਚ ਇੱਕ ਵਾਰ। ਐਕਸ ਵਾਈਫ ਨੇ ਇਹ ਉਹਨਾਂ ਦੀ। ਠੀਕ ਹੈ, ਐਕਸ ਵਾਈਫ ਨੇ। ਠੀਕ ਹੈ, ਅਤੇ ਇਹੀ ਬਣੇਗੇ ਵਰਲਡ ਦੇ ਰਿਚੈਸਟ ਜਿਹੜੇ ਵਿਮਨ। ਠੀਕ ਹੈ, ਸਕਾਟ ਲੋਰੀਆਲ, ਕਿਵੇਂ ਵੀ ਤੁਸੀਂ ਇਹਨਾਂ ਦਾ ਨਾਮ ਯਾਦ ਰੱਖਣਾ, ਬਸ ਰੱਖ ਸਕਦੇ ਹੋ। ਜੇ ਪੂਰਾ ਨਾਮ ਨਹੀਂ ਯਾਦ ਹੁੰਦਾ ਨਾ, ਮੈਂ ਤਰੀਕਾ ਦੱਸ ਦਿੰਦੀ। ਸਕਾਟ ਲੋਰੀਆਲ ਯਾਦ ਰੱਖਣਾ ਸੌਖਾ ਹੈ। ਆ ਪੂਰਾ ਨਾਮ ਕਰਨ ਦੀ ਬਜਾਏ ਇਕੱਲਾ ਮੂਰੇ ਮੈਕ ਕਰ ਲਓ, ਵੀ ਮੈਕ ਪੈਂਦਾ। ਯਾਦ ਰੱਖਣਾ ਬਹੁਤ ਈਜ਼ੀ, ਆਪਾਂ ਆਪਸ਼ਨ ਟਿਕ ਕਰਨੀ ਹੁੰਦੀ ਹੈ ਉੱਥੇ। ਠੀਕ ਹੈ, ਅੱਛਾ, ਇਹ ਯਾਦ ਰੱਖ ਲਿਓ। ਜੈਫ ਬੈਜ਼ਸ ਦੀ ਐਕਸ ਵਾਈਫ ਨੇ, ਇਹ ਵੀ ਮੈਂ ਤੁਹਾਨੂੰ ਦੱਸਤਾ। ਅੱਛਾ, ਇੱਕ ਬਲੂਮਬਰਗ ਦੀ ਰਿਪੋਰਟ ਆਈ ਸੀਗੀ। ਬਲੂਮਬਰਗ ਦੀ ਰਿਪੋਰਟ ਦੇ ਵਿੱਚ ਆਪਾਂ ਕੀਤਾ ਸੀਗਾ ਕਿ ਟੌਪ ਦੇ 3 ਕਿਹੜੇ ਨੇ। ਉੱਥੇ ਮੈਂ ਤੁਹਾਨੂੰ ਕਰਾਇਆ ਸੀ ਕਿ ਟੌਪ ਦੇ ਉੱਤੇ ਜੈਫ ਬੈਜ਼ਸ ਨੇ, ਹੈ ਨਾ, ਜਿਹੜੇ ਕਿ ਐਮਾਜ਼ੋਨ ਦੇ ਫਾਊਂਡਰ ਹੈ। ਠੀਕ ਹੈ, ਕਲੀਅਰ ਹੈ। ਦੂਜੇ ਨੰਬਰ 'ਤੇ ਮੈਂ ਤੁਹਾਨੂੰ ਕਰਾਇਆ ਸੀ ਬਿਲ ਗੇਟਸ ਹੈ। ਬਿਲ ਗੇਟਸ ਯਾਦ ਆ ਹੀ ਗਿਆ ਹੋਊਗਾ।
ਤੀਜੇ ਨੰਬਰ ਤੇ ਉੱਥੇ ਮੈਂ ਤੁਹਾਨੂੰ ਕਰਾਇਆ ਸੀ ਮਾਰਕ ਜ਼ਕਰਬਰਗ। ਧਿਆਨ ਦੇਣ ਵਾਲੀ ਚੀਜ਼ ਇੱਥੇ ਹੈ, ਠੀਕ ਹੈ, ਮਾਰਕ ਜ਼ਕਰਬਰਗ। ਹੁਣ ਦੇਖੋ ਪਹਿਲੇ ਦੋ ਨੇ ਜਿਹੜੇ ਰੈਂਕ ਬਰਕਰਾਰ ਨੇ, ਹੁਣ ਕਿਉਂਕਿ ਇਹਨਾਂ ਦੀ ਰਿਚੈਸਟ ਪਰਸਨ ਕੱਢੇ ਸੀ, ਹੁਣ ਪੈਸੇ ਦੇ ਬਿਹਾਫ 'ਤੇ ਕੋਈ ਰਿਚ ਜਾਂ ਪੂਅਰ ਹੁੰਦਾ ਹੈ ਨਾ, ਤਾਂ ਉਹ ਚੀਜ਼ ਪ੍ਰੋਪਰਟੀ ਦੇ ਆਧਾਰ 'ਤੇ ਹੈ ਨਾ, ਅਤੇ ਹੁਣ ਇਹਨਾਂ ਨੂੰ ਕ੍ਰੋਸ ਕਰਤਾ ਕਿਸੇ ਨੇ, ਮਾਰਕ ਜ਼ਕਰਬਰਗ ਨੂੰ, ਠੀਕ ਹੈ। ਉਹ ਕਿੰਨਾ ਨੇ ਕ੍ਰੋਸ ਕੀਤਾ ਹੈ, ਪਹਿਲੇ ਦੂਜਾ ਰੈਂਕ ਤਾਂ ਬਰਕਰਾਰ ਹੈ ਜੈਫ ਬੈਜ਼ੋਸ ਤੇ ਬਿਲ ਗੇਟਸ ਦਾ ਹੀ। ਤੀਜੇ ਨੰਬਰ 'ਤੇ ਆ ਗਏ ਜੀ ਐਲਨ ਮਸਕ। ਐਲਨ ਮਸਕ, ਅੱਛਾ ਤੁਸੀਂ ਮੈਨੂੰ ਇਹ ਦੱਸਣਾ ਐਲਨ ਮਸਕ ਹੈ ਕੌਣ? ਬਹੁਤ ਇੰਪੋਰਟੈਂਟ ਪਰਸਨ ਨੇ, ਠੀਕ ਹੈ, ਅਤੇ ਕੁਛ ਕਿਸੇ ਚੀਜ਼ ਦੇ ਓਨਰ ਵੀ ਨੇ ਇਹ, ਮਤਲਬ ਠੀਕ ਹੈ, ਪ੍ਰਾਈਵੇਟ ਏਜੰਸੀ ਸਪੇਸ। ਤੁਸੀਂ ਮੈਨੂੰ ਦੱਸ ਸਕਦੇ ਹੋ ਉਹਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ, ਠੀਕ ਹੈ। ਮੈਂ ਉੱਥੇ ਥੰਬਸ ਅਪ ਦੇ ਦਿੰਦੀ ਹੁੰਦੀ ਹਾਂ, ਜਿਹਦਾ ਵੀ ਸਹੀ ਹੋਵੇ ਅਤੇ ਜਿਹਦਾ ਗਲਤ ਆਨਸਰ ਹੁੰਦਾ ਮੈਂ ਉਹਦਾ ਰਿਪਲਾਈ ਕਰ ਦਿੰਦੀ ਹੁੰਦੀ ਹਾਂ, ਠੀਕ ਹੈ। ਤਾਂ ਪਲੀਜ਼ ਮੈਨੂੰ ਉਹਦਾ ਆਨਸਰ ਦੱਸਿਓ। ਤਾਂ ਹੁਣ ਯਾਦ ਰੱਖਣਾ, ਪਹਿਲੇ ਨੰਬਰ 'ਤੇ ਕੌਣ ਨੇ? ਜੈਫ ਬੈਜ਼ੋਸ। ਦੂਜੇ ਨੰਬਰ 'ਤੇ ਕੌਣ ਨੇ ਜੀ? ਬਿਲ ਗੇਟਸ। ਤੀਜੇ ਨੰਬਰ 'ਤੇ ਕੌਣ ਨੇ? ਐਲਨ ਮਸਕ, ਠੀਕ ਹੈ ਜੀ। ਨੋਟ ਮਾਰਕ ਜ਼ਕਰਬਰਗ, ਇਹਨਾਂ ਨੂੰ ਰਿਪਲੇਸ ਕਰਤਾ। ਹੁਣ ਇੱਥੇ ਕਲੀਅਰ ਕੱਟ ਯਾਦ ਰੱਖ ਲਿਓ, ਠੀਕ ਹੈ, ਦੱਸਤਾ ਤੁਹਾਨੂੰ ਕਲੀਅਰਲੀ। ਹਾਂਜੀ, ਹੁਣ ਤੁਹਾਡੇ ਲਈ ਦੇਖੋ 2 ਕੁਐਸਚਨਸ ਨੇ। 2 ਕੁਐਸਚਨਸ ਕਰਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਤੋਂ ਆਪਾਂ ਸਮ ਅਪ ਕਰ ਲੈਂਦੇ ਹਾਂ ਕਿ ਆਪਾਂ ਕੀ ਕੀਤਾ ਅੱਜ। ਸਭ ਤੋਂ ਪਹਿਲਾਂ ਆਪਾਂ ਕੀਤਾ ਸੀ ਇੰਟਰਨੈਸ਼ਨਲ ਨਿਊਜ਼ ਬਾਰੇ ਕਿ ਵਰਲਡ ਬੈਂਕ ਨੇ ਰੀਸੈਂਟਲੀ ਬੈਨ ਕਰਤਾ ਡੂਇੰਗ ਬਿਜ਼ਨਸ ਰਿਪੋਰਟ ਨੂੰ, ਹੈ ਨਾ, ਕਿ ਇਹ ਡਾਟਾ ਇਹਦਾ ਰੈਗੂਲਰ ਹੈਗਾ, ਸ਼ੋ ਹੋ ਰਿਹਾ, ਠੀਕ ਹੈ। ਅਤੇ ਤੁਹਾਨੂੰ ਅਕਤੂਬਰ 2019 ਦੀ ਰਿਪੋਰਟ ਵੀ ਦੱਸੀ ਸੀਗੀ ਮੈਨੇ। 2019 ਦੀ ਰਿਪੋਰਟ ਬੇਸਿਕਲੀ ਕਿ ਇੰਡੀਆ ਦਾ ਰੈਂਕ ਸੀਗਾ ਜਿਹੜਾ 63rd ਸੀਗਾ, ਅਤੇ ਨਿਊਜ਼ੀਲੈਂਡ ਟੌਪ 'ਤੇ ਸੀਗਾ। ਵਰਲਡ ਬੈਂਕ ਤੋਂ ਇਨਫੋਰਮੇਸ਼ਨ ਜਿਹੜੀ ਤੁਸੀਂ ਯਾਦ ਕਰ ਲਿਓ। ਲੈਵਿਸ ਹੈਮਿਲਟਨ ਨੇ ਕਿਹੜੇ ਜਿੱਤੇ? ਆਸਟ੍ਰੇਲੀਅਨ ਵਗੈਰਾ ਵਗੈਰਾ ਮੈਂ ਤੁਹਾਨੂੰ ਸਾਰੇ ਕਰਾਏ, ਬ੍ਰਿਟਿਸ਼ ਵਾਲੇ, ਬੈਲਜੀਅਮ, ਇਹ ਵੀ ਯਾਦ ਰੱਖ ਲਿਓ। ਦੈਨ ਆਪਾਂ ਕੀਤਾ ਵਰਲਡ ਦਾ ਲਾਰਜੈਸਟ ਜਿਹੜਾ ਸੋਲਰ ਟਰੀ ਹੈ ਉਹ ਕਿਹਨੇ ਡਿਵੈਲਪ ਕੀਤਾ? ਦੋਨੋਂ ਦੀ ਫੁੱਲ ਫਾਰਮਸ ਯਾਦ ਰੱਖਿਓ, ਠੀਕ ਹੈ, ਕਿੱਥੇ ਹੈ ਉਹ ਯਾਦ ਰੱਖਣਾ। ਇਸ ਤਰੀਕੇ ਦਾ ਟਰੀ ਸੀਗਾ। ਐਕਸਰਸਾਈਜ਼ ਇੰਡੀਆ ਨੇ ਰਿਫਿਊਜ਼ ਕਰਤਾ। ਕੈਵਕਾਸ 2020 ਰਸ਼ੀਆ ਦੇ ਵਿੱਚ ਹੁਣ ਜਾ ਰਹੀ ਹੈ, ਮਲਟੀਲੇਟਰਲ ਐਕਸਰਸਾਈਜ਼ ਹੈ ਇਹਦੇ ਵਿੱਚ, ਕਾਹਦੇ ਕਰਕੇ? ਕੋਵਿਡ ਕਰਕੇ, ਠੀਕ ਹੈ। ਰੋਬੋਟ ਡਿਵੈਲਪ ਕੀਤਾ ਮੈਡਬੂਟ ਨਾਮ ਦਾ ਇੰਡੀਅਨ ਰੇਲਵੇ ਨੇ, ਠੀਕ ਹੈ, ਤਾਂ ਕਿ ਇਹ ਜਿਹੜੇ ਕਰੋਨਾ ਦੇ ਪੇਸ਼ੈਂਟਸ ਉਹਨਾਂ ਨੂੰ ਫੂਡ ਅਤੇ ਮੈਡੀਸਨ ਵਗੈਰਾ ਡਿਲੀਵਰ ਕਰ ਸਕੇ। ਇਸ ਤਰੀਕੇ ਦਾ ਇਹ ਰੋਬੋਟ ਹੈ। ਇੰਪੋਰਟੈਂਟ ਮੰਥ ਦੇ ਵਿੱਚ ਆਪਾਂ ਕੀਤਾ ਸਤੰਬਰ 2020 ਦੇ ਵਿੱਚ ਹੈ, ਜਿਹੜਾ ਸਤੰਬਰ 2020 ਨੂੰ ਐਜ਼ ਅ ਨੈਸ਼ਨਲ ਨਿਊਟ੍ਰੀਸ਼ਨ ਮੰਥ ਮਨਾਇਆ ਜਾਵੇ। ਇਹ ਅਨਾਊਂਸਮੈਂਟ ਕੀਤੀ ਮਨ ਕੀ ਬਾਤ ਦੇ ਵਿੱਚ ਨਰਿੰਦਰ ਮੋਦੀ ਜੀ ਨੇ। ਕਲੀਅਰ ਹੈ ਜੀ। ਅਵਾਰਡਸ ਦੇ ਵਿੱਚ ਆਪਾਂ ਕੀਤਾ ਐਕਸੀਲੈਂਸ ਐਨਰਜੀ ਯੂਨਿਟ ਅਵਾਰਡ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨੂੰ ਮਿਲਿਆ, ਹੈ ਨਾ। ਰੈਂਕਿੰਗ ਤੇ ਇੰਡੈਕਸ ਦੇ ਵਿੱਚ ਜਿਹੜੀ ਪਹਿਲੀ ਇਹੋ ਜਿਹੀ ਡੇਅਰੀ ਜਿਹੜੀ ਟੌਪ 20 ਦੇ ਵਿੱਚ ਆਈ ਹੈ ਰੈਬੋ ਬੈਂਕਸ ਗਲੋਬਲ ਲਿਸਟ ਦੇ ਵਿੱਚ, ਤਾਂ ਉਹ ਅਮੂਲ ਹੈ। 16th ਇਹਦਾ ਰੈਂਕ ਹੈ, ਇਹਨੂੰ ਵੀ ਯਾਦ ਰੱਖ ਲੈਣਾ। ਆਨੰਦ ਡਿਸਟ੍ਰਿਕਟ ਗੁਜਰਾਤ ਦੇ ਵਿੱਚ ਇਹ ਇਹਦੇ ਹੈੱਡਕੁਆਟਰਸ ਆ, ਓਕੇ। MD ਰੁਪਿੰਦਰ ਸਿੰਘ ਸੋਢੀ। ਇਸ ਤੋਂ ਇਲਾਵਾ ਮੈਕੈਂਜੀ ਸਕਾਟ ਲੋਰੀਅਲ ਰਿਚੈਸਟ ਵਿਮਨ ਨੇ ਵਰਲਡ ਦੀ, ਠੀਕ ਹੈ, ਐਕਸ ਵਾਈਫ ਨੇ ਇਹ ਜੈਫ ਬੈਜ਼ੋਸ ਦੇ। ਅਤੇ ਤੀਜੇ ਨੰਬਰ ਵਾਲਾ ਯਾਦ ਰੱਖ ਲਿਓ ਕਿ ਐਲਨ ਮਸਕ ਨੇ ਕ੍ਰੋਸ ਕਰਤਾ ਉਹਨਾਂ ਨੂੰ, ਠੀਕ ਹੈ, ਮਾਰਕ ਜ਼ਕਰਬਰਗ ਨੂੰ। ਕਲੀਅਰ ਹੈ ਜੀ। ਆ ਉਹਨਾਂ ਦੀ ਪਿਕਚਰ ਹੈ। ਹਾਂਜੀ, ਇਸ ਤੋਂ ਇਲਾਵਾ ਮੈਂ 2 ਕੁਐਸਚਨਸ ਦੇ ਰਹੀ ਹਾਂ ਤੁਹਾਨੂੰ। ਇਹਨਾਂ ਦੋਨੋਂ ਕੁਐਸਚਨਸ ਦਾ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਜ਼ਰੂਰ ਕਰਨਾ ਸਾਰਿਆਂ ਨੇ, ਠੀਕ ਹੈ। ਇਹ ਤੋਂ ਮੈਨੂੰ ਪਤਾ ਲੱਗ ਜੂਗਾ ਕਿ ਤੁਹਾਡੀ ਕਿੰਨੀ ਕੁ ਵਧੀਆ ਤਰੀਕੇ ਨਾਲ ਪ੍ਰੈਪਰੇਸ਼ਨ ਹੋ ਰਹੀ ਹੈ, ਠੀਕ ਹੈ। ਹਾਂਜੀ, ਫਸਟ ਕੁਐਸਚਨ ਹੈ ਵਿਚ ਡੇ ਇਜ਼ ਆਬਜ਼ਰਵਡ ਐਜ਼ ਨੈਸ਼ਨਲ ਸਪੋਰਟਸ ਡੇ? ਨੈਸ਼ਨਲ ਸਪੋਰਟਸ ਡੇ ਕਿਸ ਦਿਨ ਮਨਾਇਆ ਜਾਂਦਾ, ਠੀਕ ਹੈ। ਆਪਸ਼ਨ A 27 ਅਗਸਤ, ਆਪਸ਼ਨ B 28 ਅਗਸਤ, ਆਪਸ਼ਨ C 29 ਅਗਸਤ, ਆਪਸ਼ਨ D 30 ਅਗਸਤ। ਪਲੀਜ਼ ਆਨਸਰ ਕਰਨ ਦਾ ਟਰਾਈ ਕਰਿਓ, ਠੀਕ ਹੈ। ਜਿਨ੍ਹਾਂ ਦਾ ਸਹੀ ਹੋਗਾ ਮੈਂ ਥੰਬਸ ਅਪ ਦੇ ਦੂੰਗੀ ਉਹਨਾਂ ਨੂੰ, ਠੀਕ ਹੈ। ਪਲੀਜ਼ ਆਨਸਰ ਕਰਿਓ ਇਹਨਾਂ ਦਾ। ਨੈਕਸਟ ਕੁਐਸਚਨ ਹੈ ਵਿਚ ਇੰਡੀਅਨ ਸਟੇਟ ਐਟ ਟੌਪ ਇਨ ਲੈਂਡਿੰਗ ਟੂ ਵਿਮਨ ਅੰਡਰ PM ਮੁਦਰਾ ਸਕੀਮ? ਕਹਿੰਦੇ ਇੰਡੀਆ ਦੀ ਕਿਹੜੀ ਉਹ ਸਟੇਟ ਹੈ ਜਿਹੜੀ 1 ਨੰਬਰ ਦੇ ਉੱਤੇ ਹੈ, ਟੌਪ ਦੇ ਉੱਤੇ ਹੈ। ਲੈਂਡਿੰਗ ਹੁੰਦਾ ਲੋਨ ਪ੍ਰੋਵਾਈਡ ਕਰਨਾ, ਠੀਕ ਹੈ, ਲੋਨ ਦੇਣ ਦੇ ਵਿੱਚ ਵਿਮਨ ਨੂੰ ਕਿਹੜੀ ਸਕੀਮ ਅੰਡਰ? ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਅੰਡਰ, ਠੀਕ ਹੈ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਅੰਡਰ ਵਿਮਨ ਨੂੰ ਲੋਨ ਦੇਣ ਦੇ ਵਿੱਚ ਕਿਹੜੀ ਇੰਡੀਅਨ ਸਟੇਟ ਹੈ ਜਿਹੜੀ ਟੌਪ 'ਤੇ? ਆਪਸ਼ਨ A ਇਜ਼ ਕਰਨਾਟਕਾ, ਆਪਸ਼ਨ B ਇਜ਼ ਵੈਸਟ ਬੰਗਾਲ, ਆਪਸ਼ਨ C ਇਜ਼ ਤਾਮਿਲਨਾਡੂ, ਆਪਸ਼ਨ D ਇਜ਼ ਗੁਜਰਾਤ। ਕਲੀਅਰ ਹੈ। ਇਹਨਾਂ ਦੋਨੋਂ ਕੁਐਸਚਨਸ ਦਾ ਆਨਸਰ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਕੇ ਜਾਈਓ ਸਾਰੇ, ਠੀਕ ਹੈ। ਭੁੱਲਣਾ ਨਹੀਂ ਹੈਗਾ ਬਿਲਕੁਲ ਵੀ, ਕੋਈ ਗੱਲ ਨਹੀਂ, ਟਰਾਈ ਕਰੋ। ਜੇ ਕਿਸੇ ਦਾ ਗਲਤ ਵੀ ਹੋਊਗਾ ਨਾ ਤਾਂ ਵੀ ਮੈਂ ਆਨਸਰ ਕਰ ਦੂੰਗੀ ਕਿ ਇਹਦਾ ਸਹੀ ਕਰੈਕਟ ਆਨਸਰ ਕੀ ਹੈ, ਠੀਕ ਹੈ। ਬਾਕੀ ਜੇ ਮਤਲਬ ਕਮੈਂਟ ਸੈਕਸ਼ਨ ਦੇ ਵਿੱਚ ਰਿਪਲਾਈ ਨਹੀਂ ਵੀ ਹੋਊਗਾ, ਹੈ ਨਾ, ਤਾਂ ਮੈਂ ਨੈਕਸਟ ਵੀਡੀਓ ਦੇ ਅੱਗੇ ਇਹ ਦੋਨੋਂ ਸਲਾਈਡਸ ਐਡ ਕਰਕੇ ਸਭ ਤੋਂ ਪਹਿਲਾਂ ਇਹਨਾਂ ਦਾ ਹੀ ਆਨਸਰ ਦਊਂਗੀ। ਉਸ ਤੋਂ ਬਾਅਦ ਹੀ ਆਪਾਂ ਅਗਲਾ ਜਿਹੜਾ ਸੈਸ਼ਨ ਹੈ ਉਹਦਾ ਸ਼ੁਰੂ ਕਰਾਂਗੇ। ਕਲੀਅਰ ਹੈ ਜੀ, ਠੀਕ ਹੈ। ਹਾਂਜੀ, ਮੈਨੂੰ ਕਮੈਂਟਸ ਆ ਰਹੇ ਸੀ ਸਟੂਡੈਂਟਸ ਦੇ ਕਿ ਮੈਮ ਪਲੇਲਿਸਟ ਦੇ ਵਿੱਚ ਵੀਡੀਓਜ਼ ਨਹੀਂ ਮਿਲ ਰਹੀਆਂ, ਹੈ ਨਾ। ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ, ਪਲੇਲਿਸਟ ਅਪਡੇਟ ਹੋ ਜੂਗੀ 1-2 ਦਿਨਾਂ ਦੇ ਵਿੱਚ, ਡੋਂਟ ਵਰੀ। ਬਟ ਜਦੋਂ ਤੱਕ ਅਪਡੇਟ ਨਹੀਂ ਹੋ ਰਹੀ ਮੈਂ ਤੁਹਾਨੂੰ ਤਰੀਕਾ ਦੱਸਦੀ ਕਿਵੇਂ ਤੁਸੀਂ ਵੀਡੀਓਜ਼ ਤੱਕ ਪਹੁੰਚ ਸਕਦੇ ਹੋ। ਇੱਕ ਤਾਂ ਟੈਲੀਗ੍ਰਾਮ ਦੇ ਉੱਤੇ ਨਾ ਆਪਣਾ
ਟੈਲੀਗ੍ਰਾਮ ਗਰੁੱਪ ਹੈਗਾ ਇਸ ਚੈਨਲ ਦਾ, ਉਹਨੂੰ ਤੁਸੀਂ ਜੁਆਇਨ ਕਰ ਲਿਓ। ਫਨਕਾਰ ਸਰ ਉਹਦੇ ਵਿੱਚ ਨਾ ਡੇਲੀ ਅਪਡੇਟ ਦਿੰਦੇ ਰਹਿੰਦੇ ਨੇ ਕਿ ਆਹ ਵਾਲੀ ਵੀਡੀਓ ਆ ਗਈ ਹੈ ਨਾ, ਮਤਲਬ ਉਹਦੇ 'ਚ ਪਾਈਆਂ ਹੁੰਦੀਆਂ ਲਿੰਕਸ, ਉਹ ਤੋਂ ਤੁਸੀਂ ਲੱਭ ਸਕਦੇ ਹੋ। ਸੈਕਿੰਡਲੀ ਕੀ ਹੈ, ਤੁਸੀਂ ਰੇਸ ਅਕੈਡਮੀ, ਜਿੱਦਾਂ ਆਪਾਂ ਤੁਸੀਂ ਵੀਡੀਓ ਦੇਖਦੇ ਹੋ ਨੀਚੇ ਰੇਸ ਅਕੈਡਮੀ ਸ਼ੋ ਹੁੰਦਾ ਨਾ, ਉਹਦੇ 'ਤੇ ਜਾਓ ਚੈਨਲ ਦੇ ਉੱਤੇ ਜਦੋਂ ਤੁਸੀਂ ਪਲੇਲਿਸਟ ਕੱਢਦੇ ਹੋ, ਪਲੇਲਿਸਟ ਉੱਤੇ ਲਿਖਿਆ ਹੁੰਦਾ ਨਾ, ਐਵੇਂ ਇੱਧਰ ਨੂੰ ਸਕਰੋਲ ਕਰੋਗੇ ਨਾ ਸਕਰੀਨ, ਇੱਥੇ ਲਿਖਿਆ ਹੁੰਦਾ ਹੈਗਾ ਵੀਡੀਓਜ਼, ਉਹ ਵੀਡੀਓਜ਼ ਦੀ ਲਿਸਟ ਖੁੱਲ੍ਹ ਜਾਂਦੀ ਹੈ, ਉਹਨੂੰ ਤੁਸੀਂ ਨੀਚੇ ਸਕਰੋਲ ਕਰੀ ਜਾਓਗੇ, ਬਹੁਤ ਆਰਾਮ ਨਾਲ ਮਿਲ ਜਾਣਗੀਆਂ, ਠੀਕ ਹੈ, ਕਿਉਂਕਿ ਪ੍ਰੀਵੀਅਸ ਮੰਥ ਦੀਆਂ ਹੀ ਹੈ, ਕੋਈ ਬਹੁਤ ਜ਼ਿਆਦਾ ਦਿਨ ਲੰਘੇ ਨਹੀਂ ਹੈਗੇ, ਉੱਥੋਂ ਜਾ ਕੇ ਵੀ ਚੈੱਕਆਊਟ ਕਰ ਸਕਦੇ ਹੋ, ਕੋਈ ਡਾਊਟ ਨਹੀਂ, ਵੈਸੇ ਬਹੁਤ ਜਲਦੀ ਪਲੇਲਿਸਟ ਅਪਡੇਟ ਹੋ ਜੂਗੀ, ਠੀਕ ਹੈ, ਡੋਂਟ ਵਰੀ, ਠੀਕ ਹੈ। ਹਾਂਜੀ, ਇਹਨਾਂ ਅਕੈਡਮੀ ਦੇ ਉੱਤੇ ਲਾਈਵ ਕਲਾਸਿਸ ਹੁੰਦੀਆਂ ਨੇ ਫਨਕਾਰ ਸਰ ਦੀਆਂ, ਪਲੀਜ਼ ਉਹਨਾਂ ਕਲਾਸਿਸ ਨੂੰ ਜੁਆਇਨ ਕਰੋ ਜਾ ਕੇ, ਠੀਕ ਹੈ, ਜ਼ਰੂਰ ਉਹਨਾਂ ਨੂੰ ਵਿਜ਼ਿਟ ਕਰੋ। ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਕੋਈ ਡਾਊਟ ਵਗੈਰਾ ਤੁਹਾਨੂੰ ਹੁੰਦਾ ਹੈ, ਠੀਕ ਹੈ। ਅਤੇ ਆਪਣਾ ਜਿਹੜਾ ਡਿਸਕ੍ਰਿਪਸ਼ਨ ਬਾਕਸ ਹੈ ਉਹਨੂੰ ਵਿਜ਼ਿਟ ਕਰੋ, ਤੁਹਾਡੇ ਕੰਮ ਦੇ ਕਾਫੀ ਸਾਰੇ ਲਿੰਕਸ ਉੱਥੇ ਅਵੇਲੇਬਲ ਹੋ ਜਾਣਗੇ। ਇਸ ਵੀਡੀਓ ਨੂੰ ਪਲੀਜ਼ ਥੰਬਸ ਅਪ ਦੇ ਕੇ ਲਾਈਕ ਕਰ ਦਿਆ ਕਰੋ ਜੇ ਪਸੰਦ ਆਈ ਹੈ, ਤੁਹਾਡਾ ਬੈਨੀਫਿਟ ਹੋ ਰਿਹਾ ਕਰੰਟ ਅਫੇਅਰਸ ਨੂੰ ਯਾਦ ਕਰਨ ਦੇ ਵਿੱਚ, ਹੈ ਨਾ, ਰਿਵੀਜ਼ਨ ਦੇ ਵਿੱਚ ਸਟੈਟਿਕ ਪਾਰਟ ਵਧੀਆ ਤਰੀਕੇ ਨਾਲ ਕਵਰ ਹੋ ਰਿਹਾ, ਅਤੇ ਇਹਨੂੰ ਪਲੀਜ਼ ਸ਼ੇਅਰ ਕਰ ਦਿਆ ਕਰੋ, ਇਹਦੇ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਹੈ। ਕਲੀਅਰ ਹੈ ਕਿ ਅੱਗੇ ਤੋਂ ਹੋਰ ਵੀ ਕੰਟੈਂਟ ਹੈ ਜਿਹੜਾ ਇੰਪਰੂਵ ਤੁਹਾਡੇ ਲਈ ਕੀਤਾ ਜਾ ਸਕੇ। ਸੋ ਪਲੀਜ਼ ਤੁਹਾਡੇ ਸ਼ੇਅਰ ਨਾਲ ਤੁਹਾਡਾ ਨਹੀਂ ਕੁਛ ਘੱਸਦਾ, ਬਟ ਸਾਨੂੰ ਫਰਕ ਪੈਂਦਾ, ਪਲੀਜ਼ ਸ਼ੇਅਰ ਇਟ। ਥੈਂਕਸ ਫॉर ਵਾਚਿੰਗ ਦਿਸ ਵੀਡੀਓ, ਥੈਂਕ ਯੂ ਸੋ ਮਚ ਜੀ, ਤੁਸੀਂ ਦੇਖੀ ਵੀਡੀਓ ਟਾਈਮ ਕੱਢ ਕੇ, ਅਤੇ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ 'ਚ।